ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ। ਅਤੇ ਅੱਜ ਅਸੀਂ ਗੱਲ ਕਰਾਂਗੇ 1947 ਦੀ ਵੰਡ ਜਿਹੜੀ ਅੱਜ ਵੀ ਅੱਲੀ ਹੈ, ਜਿਹਦੇ ਜ਼ਖਮ ਅੱਜ ਵੀ ਰਿਸ ਰਹੇ ਨੇ ਅਤੇ ਹਰ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਤਕਲੀਫਾਂ, ਉਹ ਦਰਦ ਜਿਹੜੇ ਲੋਕ 1947 ਦੀ ਵੰਡ ਸਮੇਂ ਮਾਸੂਮ ਮਾਰੇ ਗਏ, ਬੇਕਸੂਰ ਮਾਰੇ ਗਏ, ਉਹਨਾਂ ਨੂੰ ਸਮਰਪਿਤ ਕੁਛ ਨਾ ਕੁਛ ਹਰ ਵਿਅਕਤੀ ਕਰਨਾ ਚਾਹੁੰਦਾ ਹੈ ਅਤੇ ਕਰ ਰਿਹਾ ਹੈ। ਅਤੇ ਇਸੇ ਤਰ੍ਹਾਂ ਉੱਘੇ ਲੇਖਕ ਹਰਵਿੰਦਰ ਸਿੰਘ ਭੱਟੀ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਵੰਡਨਾਮਾ, ਅੱਜ ਉਹ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਅਤੇ ਇਸ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਉਸ 1947 ਦੀ ਵੰਡ ਦੇ ਵਿੱਚ ਬੇਕਸੂਰ ਅਤੇ ਮਾਸੂਮ ਲੋਕਾਂ ਦੇ ਨਾਲ ਜੋ ਧੱਕਾ ਹੈ, ਜੋ ਉਹਨਾਂ ਦਾ ਕਤਲੇਆਮ ਆ, ਉਹਨੂੰ ਸਮਰਪਿਤ ਜਿਹੜੀ ਕਿਤਾਬ ਲਿਖੀ ਹੈ ਵੰਡਨਾਮਾ, ਉਸ ਦੇ ਸੰਬੰਧ ਵਿੱਚ ਗੱਲ ਕਰਾਂਗੇ। ਹਰਵਿੰਦਰ ਸਿੰਘ ਭੱਟੀ ਜੀ, ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਪਹੁੰਚਣ ਦੇ ਅਸੀਂ ਜੀ ਆਇਆਂ ਆਖਦੇ ਹਾਂ ਅਤੇ ਸਤਿ ਸ਼੍ਰੀ ਅਕਾਲ। ਕਿ ਤੁਸੀਂ ਜਿਹੜੀ ਆ ਕਿ ਵੰਡਨਾਮਾ ਕਿਤਾਬ ਲਿਖੀ ਆ, ਬਹੁਤ ਵਧੀਆ ਲਿਖੀ ਆ, ਜਿਹਦਾ ਅੱਜ ਆਗਾਜ਼ ਹੋਇਆ, ਜਿਹਦੀ ਅੱਜ ਘੁੰਡ ਚੁਕਾਈ ਹੋਈ ਹੈ ਕੇਂਦਰੀ ਸਿੰਘ ਸਭਾ ਦੇ ਵਿੱਚ। ਭੱਟੀ ਸਾਹਿਬ ਵੀ ਪਹਿਲੋਂ ਤਾਂ ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਜ਼ਰੂਰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਇਸ ਜਿਹੜੇ ਕਿ ਵੰਡਨਾਮਾ ਕਿਤਾਬ ਨੂੰ ਲਿਖਿਆ ਅਤੇ ਕਿਸ ਤਰ੍ਹਾਂ ਸਾਰਾ ਕੁਝ ਤੁਸੀਂ ਸਿਰਜਿਆ ਕਿ ਅੱਜ ਤੁਸੀਂ ਜਿਹੜੀ ਆ ਕਿ 1947 ਦੇ ਵਿੱਚ ਬੇਕਸੂਰ ਅਤੇ ਮਾਸੂਮ ਮਾਰੇ ਗਏ ਲੋਕਾਂ ਨੂੰ ਇਹ ਕਿਤਾਬ ਸਮਰਪਿਤ ਕੀਤੀ ਹੈ। ਪੰਜਾਬੀ ਸਾਹਿਬ, ਇਹ ਹੈ ਕਿ ਮੈਂ ਬੇਸਿਕਲੀ ਪਿੰਡ ਦਾ ਰਹਿਣ ਵਾਲਾ ਬੰਦਾ। ਛੋਟੀ ਹਰਿਓਂ ਪਿੰਡ ਹੈ ਮੇਰਾ, ਸਮਰਾਲੇ ਦੇ ਲਾਗੇ। ਕੋਈ ਵੰਡ ਤੋਂ ਮੇਰਾ ਖਿਆਲ ਹੈ, ਤੁਸੀਂ ਅੰਦਾਜ਼ਾ ਲਾ ਲਓ ਵੀ 7-8 ਸਾਲ ਬਾਅਦ ਮੇਰਾ ਜਨਮ ਹੋਇਆ। 54 ਦਾ ਮੇਰਾ ਬਰਥ ਹੈ। ਠੀਕ ਹੈ। ਸਾਡੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਮੁਸਲਮਾਨ ਉੱਜੜ ਕੇ ਚਲੇ ਗਏ ਸੀ। ਭਰਾਈ ਸੀ ਉਹਨਾਂ 'ਚ, ਗੁੱਜਰ ਸੀ, ਅਤੇ ਉਹਨਾਂ ਦੇ ਘਰ ਖਾਲੀ ਪਏ ਹੁੰਦੇ ਸੀ। ਅਸੀਂ ਛੋਟੇ ਹੁੰਦੇ ਉਹਨਾਂ ਘਰਾਂ 'ਚ ਖੇਡਦੇ, ਖੋਲਿਆਂ 'ਚ ਪੁੱਛਦੇ, ਅਤੇ ਪਿੰਡ ਦੇ ਵਿੱਚ ਗੱਲਾਂ ਜਿਹੜੀਆਂ ਚੱਲਦੀਆਂ ਕਿ ਲੋਕਾਂ ਨੂੰ ਯਾਦ ਸੀ ਉਹ ਜਿਹੜੇ ਬੰਦੇ ਗਏ, ਕਰੈਕਟਰ ਬਹੁਤ ਸਾਰੇ ਮੁਸਲਮਾਨਾਂ ਦੀਆਂ ਗੱਲਾਂ ਕਰਦੇ ਸੀ। ਹੁਣ ਅੱਧਾ ਪਿੰਡ ਉੱਜੜ ਕੇ ਚਲੇ ਜਾਵੇ ਇੱਕ ਹਿਸਾਬ ਦੇ ਨਾਲ ਤਾਂ ਤੁਹਾਨੂੰ ਪਤਾ ਉਹਦਾ ਇੱਕ ਇਲਾਜ ਜਿਹਾ ਹੁੰਦਾ ਹੈ। ਬਾਅਦ ਦੇ ਵਿੱਚ ਜਦੋਂ ਮੈਂ ਕਾਲਜ ਦੇ ਵਿੱਚ ਗਿਆ, ਪੜ੍ਹਿਆ, ਤਾਂ ਮੈਂ ਲੈਫਟਿਸਟ ਬਣ ਗਿਆ, ਸਟੂਡੈਂਟ ਯੂਨੀਅਨ 'ਚ ਐਕਟਿਵ ਹੋ ਗਏ। ਫਿਰ ਕਰਦੇ ਕਰਦੇ ਮੈਂ ਸੋਸ਼ੀਓਲੋਜੀ ਦੀ MA ਕਰੀ। ਸਮਾਜ ਵਿਗਿਆਨ ਪੜ੍ਹਦੇ ਪੜ੍ਹਦੇ ਮੈਨੂੰ ਜਿੰਨੇ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਰਿਫਿਊਜੀ ਸੀ ਜਾਂ ਜਿਹੜੇ ਮੇਰੇ ਯੂਨੀਅਨ 'ਚ, ਮੈਂ ਜਦੋਂ ਐਕਟਿਵ ਸੀ ਸਟੂਡੈਂਟ ਯੂਨੀਅਨ 'ਚ, ਉਹ 'ਚ ਮੇਰੇ ਦੋਸਤ ਸੀ ਬਹੁਤ ਸਾਰੇ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਉਹਨਾਂ ਦਾ ਜਿਹੜਾ ਦੁੱਖ ਤਕਲੀਫ ਹੈ ਉਹਦਾ ਕੋਈ ਜ਼ਿਕਰ ਨਹੀਂ ਕਿਤੇ ਹੋਇਆ। ਅੱਛਾ, ਸਾਡੇ ਕੋਲ ਪਾਕਿਸਤਾਨ ਤੋਂ ਅਹਿਮਦ ਸਲੀਮ ਬੜੇ ਵੱਡੇ ਸਕਾਲਰ ਸੀ, ਹੁਣ ਤਾਂ ਪੂਰੇ ਹੋ ਗਏ, ਉਹ ਖੋਜ ਕਰਦੇ ਸੀ। ਉਹਨਾਂ ਨੇ ਵੀ ਵੰਡ ਦੇ ਜਿਹੜੇ ਜ਼ੁਲਮ ਨੇ ਤੇ ਖੋਜ ਕੀਤੀ ਸੀ ਕਾਫੀ। ਇਸੇ ਤਰ੍ਹਾਂ ਅਮਰਿਤ ਚੰਦਰ ਨੇ ਇੱਕ ਵਾਰੀ ਲਿਖਿਆ ਕਿ ਇਹਦੇ ਉੱਪਰ ਨਾ ਕੋਈ ਵੱਡੀ ਪੋਇਟਿਕ ਰਚਨਾ ਨਹੀਂ ਲਿਖੀ ਗਈ। ਮਤਲਬ ਕਹਾਣੀਆਂ ਬਹੁਤ ਲਿਖੀਆਂ, ਕ੍ਰਿਸ਼ਨ ਚੰਦਰ, ਮੰਟੋ, ਬਲਵੰਤ ਸਿੰਘ, ਬਹੁਤ ਸਾਰੇ ਨਾਵਲ ਵੀ ਲਿਖੇ ਗਏ। ਸਿਰਫ ਅੰਮ੍ਰਿਤਾ ਪ੍ਰੀਤਮ ਦੀ ਇੱਕ ਪੋਇਮ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ, ਛੋਟੀ ਜਿੰਨੀ, ਉਹ ਤੋਂ ਵੱਧ ਕੋਈ ਪੋਇਟਰੀ ਜ਼ਿਆਦਾ ਨਹੀਂ ਸੀ। ਬਿਲਕੁਲ। ਅੱਛਾ, ਮੇਰੇ ਮਨ 'ਚ ਇਹ ਸੀ ਕਿ ਇਹਨਾਂ 'ਤੇ ਰਿਸਰਚ ਕਰਕੇ ਅਸੀਂ PhD ਕਰੀਏ। ਕੋਈ ਸਟੂਡੈਂਟ ਉਸ ਤਰੀਕੇ ਨਾਲ ਤਿਆਰ ਨਹੀਂ ਹੋਇਆ। ਮੈਂ ਆਪ ਹੀ ਬਹੁਤ ਸਾਰਾ ਡਾਟਾ ਇਕੱਠਾ ਕਰਕੇ ਕਿਤਾਬ ਲਿਖਣ ਦੀ ਸੋਚੀ ਸੀ। ਫਿਰ ਅਸੀਂ ਵਿੱਚ ਦੀ ਇੱਕ ਸੈਮੀਨਾਰ ਕੀਤਾ ਪੰਜਾਬ ਦੀ, ਕਹਿ ਲਓ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੀ ਜਿਹੜੀ ਕੌਨਸ਼ੀਅਸਨੈਸ ਦੇ ਉੱਪਰ। ਉਹਦੇ 'ਚ ਮੈਂ ਜੰਗਨਾਮੇ ਦੇ ਉੱਪਰ ਪੇਪਰ ਪੜ੍ਹਨਾ ਸੀ, ਕਿਉਂਕਿ ਜੰਗਨਾਮਾ ਜਿਹੜਾ ਸ਼ਾਹ ਮੁਹੰਮਦ ਦਾ, ਉਹ ਇੱਕ ਕਿਸਮ ਦੀ ਅੰਗਰੇਜ਼ਾਂ ਦੇ ਆਉਣ ਤੋਂ ਲਾਸਟ ਰਚਨਾ ਹੈ। ਠੀਕ ਹੈ। ਉਸ ਤੋਂ ਬਾਅਦ ਅੰਗਰੇਜ਼ ਆ ਗਏ, ਅੰਗਰੇਜ਼ਾਂ ਦੀ ਐਜੂਕੇਸ਼ਨ ਆ ਗਈ। ਸਾਡੀ ਪੜ੍ਹੀ ਲਿਖੀ ਕਲਾਸ ਨੇ ਜਿਹੜਾ ਸਾਹਿਤ ਰਚਿਆ, ਉਹਦੇ 'ਤੇ ਅੰਗਰੇਜ਼ੀ ਐਜੂਕੇਸ਼ਨ ਦਾ ਪ੍ਰਭਾਵ ਹੈ। ਸਿਰਫ ਉਹ ਸੀ ਜਿਹਦੇ ਉੱਪਰ ਨਹੀਂ ਸੀ। ਠੀਕ ਹੈ। ਪਰ ਉਹ ਤੁਸੀਂ ਜੇ ਪੜ੍ਹੋ ਤਾਂ ਉਹ ਅੰਗਰੇਜ਼ ਦਾ ਡਰ ਨਹੀਂ ਹੈ ਉਸ ਰਚਨਾ ਦੇ ਵਿੱਚ। ਉਹ ਫਰੰਗੀ ਕਹਿੰਦਾ, ਉਹਨੂੰ ਟੁੰਡੀ ਲਾਟ ਕਹਿੰਦਾ, ਅਸੀਂ ਬਾਅਦ 'ਚ ਲਾਰਡ ਹੈਨਰੀ ਹਾਰਡਿੰਗ ਕਹਿਣ ਲੱਗ ਗਏ। ਸੋ ਮੈਂ ਉਹ ਜਦੋਂ ਪੜ੍ਹੀ ਉਹ ਟੈਕਸਟ, ਉਹਦੇ 'ਤੇ ਪੇਪਰ ਵੀ ਲਿਖਿਆ, ਤਾਂ ਮੇਰੇ ਮਨ ਦੇ ਵਿੱਚ ਉਹ ਇੱਕ ਰਚਨਾ ਜਿਹੜੀ ਉਹਨੇ ਬੈਂਤ ਛੰਦ ਦੇ ਵਿੱਚ ਕਰੀ ਸੀ, ਉਹ ਵੀ ਸੀ। ਜਦੋਂ ਮੈਂ ਲਿਖਣ ਲੱਗਿਆ ਤਾਂ ਇਹ ਕੋਈ ਗੱਲ ਨਹੀਂ ਸੀ ਬਣ ਰਹੀ। ਸਾਡੇ ਘਰ ਦੇ ਵਿੱਚ ਹੀ ਮੇਰੇ ਮਦਰ ਇਨ ਲਾਅ ਸੀ, ਮੈਂ ਉਹਨਾਂ ਨੂੰ ਸੁਣਾਇਆ। ਉਹਨਾਂ ਨੇ ਮੈਨੂੰ ਕਹੀ ਵੀ ਗੱਲ ਕਿ ਜਿਹੜੀ ਤੁਸੀਂ ਇਹ ਵੰਡ ਵਾਲੇ ਲੋਕਾਂ ਬਾਰੇ ਲਿਖਣਾ ਹੈ ਤਾਂ ਉਹਨਾਂ ਤੋਂ ਤਾਂ ਪੜ੍ਹੀ ਨਹੀਂ ਜਾਣੀ ਜਿਹੜੀ ਅੰਗਰੇਜ਼ੀ 'ਚ ਕਿਤਾਬ ਲਿਖੋਗੇ। ਮੈਂ ਕੋਸ਼ਿਸ਼ ਕਰਕੇ ਉਹ ਜਿਸ ਤਰ੍ਹਾਂ ਜੰਗਨਾਮਾ ਲਿਖਿਆ ਹੈ, ਕੁਛ ਬੰਦ ਜੇ ਲਿਖ ਕੇ ਉਹਨਾਂ ਨੂੰ ਸੁਣਾਏ। ਉਹ ਕਹਿੰਦੇ ਵੀ ਹਾਂ ਇਹ ਠੀਕ ਹੈ। ਠੀਕ ਹੈ। ਫਿਰ ਜਿਵੇਂ ਪਰਮਾਤਮਾ ਦੀ ਸਮਝ ਲਓ ਕਿਰਪਾ ਹੁੰਦੀ ਹੈ, ਫਿਰ ਮੈਂ ਤਾਂ ਉਸ ਤਰ੍ਹਾਂ ਦਾ, ਮੈਂ ਪੋਇਟਰੀ ਪੜ੍ਹਦਾ ਤਾਂ ਬਹੁਤ ਸੀ, ਮੈਂ ਪੋਇਟਿਕ ਸੈਂਸਿਬਿਲਿਟੀ ਵੀ ਥੋੜ੍ਹੀ ਬਹੁਤ ਸੀ। ਮੈਂ ਕੋਈ ਪੋਇਟ ਨਹੀਂ ਸੀ ਉੱਦਾਂ, ਲਿਖਣੀ ਸ਼ੁਰੂ ਹੋ ਗਈ ਬਸ। ਠੀਕ ਹੈ। ਭੱਟੀ ਸਾਹਿਬ, ਵੀ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਜੰਗਨਾਮਾ ਤੋਂ ਬਾਅਦ ਵੰਡਨਾਮਾ ਲਿਖਣਾ ਸ਼ੁਰੂ ਕੀਤਾ ਅਤੇ ਤੁਹਾਡੇ ਮਾਤਾ ਜੀ ਨੇ ਕਿਹਾ ਵੀ ਇਹ ਜਿਹੜੀ ਲਿਖਤ ਹੈ ਆਮ ਲੋਕਾਂ ਦੀ ਸਮਝ 'ਚ ਨਹੀਂ ਆਉਣੀ,
ਇਹਨੂੰ ਤੁਸੀਂ ਲਿਖਿਆ ਵੀ ਬੈਂਤਾਂ ਦੇ ਰੂਪ ਵਿੱਚ ਹੋਇਆ ਹੈ। ਸੋ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਜਿਹੜਾ ਪਹਿਲਾ ਬੈਂਤ ਤੁਸੀਂ ਬਣਾਇਆ, ਜਿਸ ਤੋਂ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਕਿਹਾ ਵੀ ਇਹ ਇਸ ਤਰ੍ਹਾਂ ਨਹੀਂ, ਇਹ ਇਸ ਤਰ੍ਹਾਂ ਹੋਣਾ ਚਾਹੀਦਾ, ਉਹ ਜ਼ਰੂਰ ਵੀ ਸੁਣਾਓ। ਉਹ ਕੀ ਬੈਂਤ ਸੀਗਾ ਜਿੱਥੋਂ ਤੁਸੀਂ ਜਿਹੜਾ ਕਿ ਸਾਰਾ ਦਰਦ ਲੈ ਕੇ ਜਿਹੜਾ ਕਿ ਕਿਤਾਬਾਂ ਦੇ ਰਾਹੀਂ ਲੋਕਾਂ ਤੱਕ ਲੈ ਕੇ ਪਹੁੰਚੇ ਹੋ? ਉਹ ਹੁਣ ਐਗਜ਼ੈਕਟ ਮੈਨੂੰ ਬੰਦ ਤਾਂ ਨਹੀਂ ਯਾਦ, ਕਿਉਂਕਿ ਪਾਰਟੀਸ਼ਨ ਤੇ ਸੀਗਾ ਉਹ। ਫਿਰ ਮੁੜ ਕੇ ਮੈਂ ਉਹਦੀ ਜਿਹੜੀ ਅੱਗੇ ਭੂਮਿਕਾ ਵਗੈਰਾ 'ਚ ਪੰਜਾਬ ਬਾਰੇ ਲਿਖੇ, ਹੋਰ ਲਿਖੇ, ਉਹਦੇ ਨਾਲ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਠੀਕ ਹੈ। ਮਤਲਬ ਇਹ ਨਹੀਂ ਸੀ ਕਿ ਪੂਰਾ ਬੰਦ ਮੈਂ ਲਿਖ ਕੇ ਸੁਣਾਇਆ ਹੋਵੇ। ਮੈਂ ਕੁਝ ਕੁ ਲਾਈਨਾਂ ਉਹਨਾਂ ਨੂੰ ਦੱਸੀਆਂ ਵੀ ਇਦਾਂ ਦਾ ਲਿਖਦੀ, ਇਦਾਂ ਕਰੀਏ। ਮਤਲਬ ਮੇਰੇ ਮਨ ਦੇ ਵਿੱਚ ਇਹ ਸੀ ਵੀ ਜਿਵੇਂ ਕੋਈ ਇੱਕ ਅਨਪੜ੍ਹ ਬੰਦਾ ਜਿਹਦੇ ਨਾਲ ਜ਼ੁਲਮ ਹੋਇਆ ਹੈ, ਉਹ ਮੇਰੇ ਸਾਹਮਣੇ ਖੜਾ ਹੈ, ਜੇ ਮੈਂ ਸੁਣਾਵਾਂ ਤਾਂ ਕੀ ਉਹਨੂੰ ਸਮਝ ਆ ਜਾਊਗਾ। ਇਹ ਵਿੰਬ ਸੀ ਮੇਰੇ ਮਨ ਦੇ ਵਿੱਚ, ਇਹ ਉਹਨੂੰ ਧਿਆਨ 'ਚ ਰੱਖ ਕੇ ਲਿਖੀ ਗਈ। ਜ਼ਰੂਰ, ਜੇ ਕਿਤਾਬ ਆਪਣੇ ਕੋਲ ਪਈ ਹੈ ਤੇ ਅਸੀਂ ਮੈਂ ਚਾਹਾਂਗਾ ਜ਼ਰੂਰ ਇਹ ਦੱਸਿਆ ਜਾਵੇ, ਕਿਉਂਕਿ ਜਿਹੜਾ ਇਹ ਭੂਮਿਕਾ ਜ਼ਰੂਰ ਉਸ ਤਰੀਕੇ ਨਾਲ ਵੰਡੀ ਜਾਵੇ ਕਿ ਪਤਾ ਲੱਗ ਸਕੇ ਵੀ ਸਾਡੀ ਅਸਲੀਅਤ ਕੀ ਹੈ, ਇਸ ਕਿਤਾਬ ਦੇ ਵਿੱਚ ਲਿਖਿਆ ਕੀ ਹੈ ਤੁਸੀਂ। ਮੈਂ ਤੁਹਾਨੂੰ ਜਿਵੇਂ ਪੰਜਾਬ ਬਾਰੇ ਮਤਲਬ ਮੈਂ ਦੱਸ ਦਿੰਦਾ ਵੀ ਆਹ ਤਾਂ ਪਹਿਲਾਂ ਇਹ ਹੈ ਕਿ ਪ੍ਰਮਾਤਮਾ ਨੇ ਰਚਨਾ ਕਿਵੇਂ ਕਰੀ ਜਾਂ ਹੋਰ ਹੋਇਆ। ਬਿਲਕੁਲ ਜੀ, ਬਿਲਕੁਲ, ਦੇਸ਼ ਪੰਜਾਬ। ਹਾਂ, ਫਿਰ ਜੀ ਮੈਂ ਇੱਕ ਇਹ ਮਤਲਬ ਮੈਨੂੰ ਲੱਗਿਆ ਵੀ ਪੰਜਾਬ ਬਾਰੇ ਆਪਾਂ ਲਿਖੀਏ ਕਿ ਕਿਸ ਤਰੀਕੇ ਦੇ ਨਾਲ ਇਹ ਹੈ। ਮਤਲਬ ਇਹ ਵੀ ਮੈਂ ਉਹਨਾਂ ਨੂੰ ਸੁਣਾਇਆ ਸੀ ਵੈਸੇ ਇਹ ਥੋੜ੍ਹਾ ਜਿਹਾ ਇਹਦੇ ਵਿੱਚੋਂ, ਕਿ ਇੱਕ ਦੇਸ਼ ਦਾ ਨਾਮ ਪੋਜ਼ ਕਰਦੇ ਇੱਥੇ। ਹਾਂ, ਜਿਸ ਤਰ੍ਹਾਂ ਇਹ ਹੈ ਜੀ, ਇੱਕ ਦੇਸ਼ ਦਾ ਨਾਮ ਪੰਜਾਬ ਧਰਿਆ, ਜਿਹਦੀ ਕਥਾ ਨਿਵੇਕਲੀ ਜੱਗ ਨਾਲੋਂ। ਸੂਰਤ ਸੀਰਤ ਵਿੱਚ ਰਲੇ ਪੰਜ ਪਾਣੀ, ਚਾਲ ਢਾਲ ਹੈ ਵੱਖਰੀ ਵੱਗ ਨਾਲੋਂ। ਮਿੱਠਾ ਮਾਖਿਓਂ ਵੱਧ ਪਿਆਰ, ਜਿਹਦਾ ਭੈੜਾ ਗੁੱਸਾ ਹੈ ਜਿਸ ਦਾ ਅੱਗ ਨਾਲੋਂ। ਪਿੰਦਰ ਸਿਆਂ ਉਜਾੜਿਆਂ ਵੰਡੀਆਂ ਨੇ, ਇੱਥੇ ਨੀਰ ਵਿਛੋੜੇ ਝੱਗ ਨਾਲੋਂ। ਮਤਲਬ ਇਸ ਤਰ੍ਹਾਂ ਦੀਆਂ ਕੁਝ ਹੋਰ ਵੀ ਮੈਂ ਉਹਨਾਂ ਨੂੰ ਸੁਣਾਈਆਂ। ਉਹ ਕਹਿੰਦੇ ਵੀ ਹਾਂ ਇਹ ਠੀਕ ਹੈ, ਵੀ ਇਹ ਆਮ ਬੰਦਾ ਹੈ, ਜਿਹੜਾ ਇੱਕ ਅਨਪੜ੍ਹ ਬੰਦਾ ਵੀ ਹੈ, ਉਹ ਵੀ ਸਮਝ ਸਕਦਾ ਇਸ ਚੀਜ਼ ਨੂੰ। ਸੋ ਉੱਦਾਂ ਫਿਰ ਸ਼ੁਰੂ ਹੋ ਗਿਆ ਸਿਲਸਿਲਾ। ਇਹ ਮੇਰਾ ਖਿਆਲ ਲਗਭਗ ਸਾਲ ਕੁ ਲੱਗ ਗਿਆ। ਇਹ ਇਸ ਤਰ੍ਹਾਂ ਦਾ ਸੀ ਪ੍ਰੋਸੈਸ, ਜਿਵੇਂ ਜਿਹੜਾ ਕ੍ਰੀਏਟਿਵ ਪ੍ਰੋਸੈਸ ਹੈ ਨਾ, ਉਹ ਆਪਣੇ ਆਪ 'ਚ ਪਤਾ ਨਹੀਂ ਤੁਹਾਨੂੰ ਲੱਗਦਾ ਵੀ ਕਦੋਂ ਤੁਹਾਡੇ ਮਨ ਦੇ ਵਿੱਚ ਉਹ ਚੀਜ਼ ਉਤਰ ਆਵੇ। ਬਿਲਕੁਲ। ਔਰ ਉਹ ਤੁਹਾਨੂੰ ਕੰਪੈਲ ਕਰ ਦਿੰਦੇ ਵੀ ਹੁਣੇ ਹੀ ਲਿਖ ਦਿਓ। ਕੋਈ ਟਾਈਮ ਵੀ ਨਹੀਂ ਸੀ ਲਿਖਣ ਦਾ ਵੀ ਹੁਣੇ ਹੀ ਬੈਠ ਕੇ ਲਿਖਣਾ ਹੈ। ਮਤਲਬ ਇੱਦਾਂ ਆਉਂਦਾ ਗਿਆ, ਮੈਂ ਲਿਖਦਾ ਗਿਆ, ਫਿਰ ਮੈਂ ਉਹਨੂੰ ਥੋੜ੍ਹਾ ਸੁਧਾਰਦਾ ਗਿਆ। ਫਿਰ ਅਸੀਂ ਬਾਅਦ ਦੇ ਵਿੱਚ ਨਾਲ ਸੰਬੰਧਿਤ ਉੱਦਾਂ ਦੀਆਂ ਪਿਕਚਰਾਂ ਲੱਭਣੀਆਂ ਸ਼ੁਰੂ ਕਰਤੀਆਂ। ਠੀਕ ਹੈ ਜੀ। ਕਿ ਜਿਸ ਤਰ੍ਹਾਂ ਦੀ ਕੋਈ ਗੱਲ ਸੀਨ ਹੈ, ਜਿਵੇਂ ਵੰਡ ਦੀ ਹੈ ਜਾਂ ਹੋਰ ਹੈ, ਜ਼ੁਲਮ ਦੀ ਹੈ। ਜਿਵੇਂ ਨਾਮਧਾਰੀਆਂ ਦੇ ਉੱਪਰ ਸਾਡੇ ਇਲਾਕੇ 'ਚ ਨਾ, ਸਮਰਾਲੇ ਦੇ ਲਾਗੇ ਨਾਮਧਾਰੀਆਂ ਦਾ ਹੈੱਡਕੁਆਟਰ ਹੈ, ਬਿਲਕੁਲ, ਪਾਣੀ ਸਾਹਿਬ। ਉੱਥੇ ਸਤਿਗੁਰੂ ਜਗਜੀਤ ਸਿੰਘ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਬੜੇ ਵੱਡੀ ਸ਼ਖਸੀਅਤ ਸੀ। ਉਹਨਾਂ ਨੇ ਮੈਨੂੰ ਕੁਝ ਕਿਤਾਬਾਂ ਵੀ ਦਿੱਤੀਆਂ ਉਹਨਾਂ ਬਾਰੇ ਪੜ੍ਹਨ ਲਈ। 5 ਬੰਦ ਫਿਰ ਉਹਨਾਂ 'ਚ ਵੀ ਮੈਂ ਲਿਖੇ। ਠੀਕ ਹੈ। ਕਿਉਂਕਿ ਹਿਸਟਰੀ ਤਾਂ ਮੈਂ ਲਿਖ ਹੀ ਰਿਹਾ ਸੀ ਪਹਿਲਾਂ। ਹਾਂਜੀ। ਕਿ ਕਿਸ ਤਰ੍ਹਾਂ ਅੰਗਰੇਜ਼ ਆਏ, ਕਿਸ ਤਰੀਕੇ ਨਾਲ ਉਹਨਾਂ ਨੇ ਪੋਲਿਟਿਕਸ ਕਰੀ, ਕਿਸ ਤਰੀਕੇ ਨਾਲ ਉਹਨਾਂ ਨੇ ਡਿਵੈਲਪਮੈਂਟ ਕਰੀ, ਕਿਸ ਤਰੀਕੇ ਨਾਲ ਕਮਿਊਨਲਿਜ਼ਮ ਫੈਲਾਇਆ, ਇਹ ਮੈਨੂੰ ਪਤਾ ਸੀ ਐਜ਼ ਏ ਸੋਸ਼ੋਲੋਜਿਸਟ। ਉਹ ਫਿਰ ਪੋਇਟਰੀ 'ਚ ਉਤਰਦਾ ਚੱਲਿਆ ਗਿਆ ਜਿਉਂ-ਜਿਉਂ ਮਤਲਬ ਅੱਗੇ। ਠੀਕ ਹੈ। ਅਤੇ ਭੱਟੀ ਸਾਹਿਬ ਵੀ ਇਹ ਕਿਤਾਬ ਜਿਹੜੀ ਹੈ ਤੁਸੀਂ ਕਦੋਂ ਲਿਖਣੀ ਸ਼ੁਰੂ ਕੀਤੀ ਸੀ, ਅਤੇ ਇਹ ਕਿਤਾਬ ਲਿਖਦੇ ਸਮੇਂ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਮੁਸ਼ਕਿਲ ਜ਼ਰੂਰ ਆਉਂਦੀ ਹੈ ਜਦੋਂ ਕੋਈ ਚੰਗਾ ਕੰਮ ਸ਼ੁਰੂ ਕਰੋ। ਕੋਈ ਬਹੁਤ ਉਸ ਤਰ੍ਹਾਂ ਦਾ ਮੁਸ਼ਕਿਲ ਤਾਂ ਆਪਾਂ ਨਹੀਂ ਕਹਿ ਸਕਦੇ। 2012 ਦੇ ਵਿੱਚ ਮੈਂ ਇਹ ਸ਼ੁਰੂ ਕੀਤੀ। 2012 'ਚ ਫਿਰ ਉਹ ਮਦਨ ਲਾਲ ਸਾਡੀ ਗੁਜ਼ਰ ਗਏ। ਮਤਲਬ ਅੱਛਾ, ਉਹ ਤੋਂ ਪਹਿਲਾਂ ਹੀ ਸ਼ੁਰੂ ਕੀਤੀ ਸੀ। ਹੌਲੀ-ਹੌਲੀ ਕੰਪਲੀਟ ਹੁੰਦੀ ਇਹ ਫਿਰ 2015 'ਚ ਛਾਪੀ। ਠੀਕ। ਛਪਣ ਦਾ ਵੀ ਮੈਨੂੰ ਕੋਈ ਐਂ ਨਹੀਂ ਸੀ, ਮੈਨੂੰ ਲਿਖ ਕੇ ਤਸੱਲੀ ਜਿਹੀ ਹੋ ਗਈ ਵੀ ਲਿਖੀ ਗਈ। ਇਹ ਡਾਕਟਰ ਭਗਵੰਤ ਸਿੰਘ ਨੇ ਸਾਡੇ ਇੱਥੇ ਭਾਸ਼ਾ ਵਿਭਾਗ ਦੇ ਵਿੱਚ ਮੇਰੇ ਮਿੱਤਰ ਨੇ, ਉਹ ਜਾਗੋ ਮੈਗਜ਼ੀਨ ਕੱਢਦੇ ਨੇ, ਉਹਨਾਂ ਨੇ ਬੜਾ ਇਨਕਰੇਜ ਕਰਿਆ। ਫਿਰ ਕੁਝ ਸੱਜਣਾਂ ਨੂੰ ਅਸੀਂ ਦਿਖਾਇਆ। ਮੈਨੂੰ ਥੋੜ੍ਹੀ ਜਿਹੀ ਸੰਗ ਵੀ ਲੱਗਦੀ ਸੀ ਵੀ ਕਿਤੇ, ਕਿਉਂਕਿ ਅੱਜ ਕੱਲ੍ਹ ਜਿਹੜੀ ਪੋਇਟਰੀ ਲਿਖੀ ਜਾਂਦੀ ਹੈ ਉਹ ਬਹੁਤ ਔਖੀ ਜਿਹੀ ਲਿਖਦੇ ਨੇ ਪੰਜਾਬੀ 'ਚ। ਮੈਨੂੰ ਇਹ ਸੀ ਵੀ ਕਿਤੇ ਹੱਸਣਾ ਹੀ ਨਾ, ਵੀ ਮੈਨੂੰ ਤਾਂ ਸੋਹਣੀ ਲੱਗ ਰਹੀ ਹੈ, ਵੀ ਕਿਤੇ ਦੂਜਾ ਬੰਦਾ ਕੋਈ ਹੱਸੇ ਹੀ ਨਾ ਇਹਦੇ ਉੱਪਰ। ਠੀਕ ਹੈ। ਉਹ ਫਿਰ ਭਗਵੰਤ ਸਿੰਘ ਸੀ, ਸਾਡੇ ਸ਼ੇਰ ਸਿੰਘ ਢਿੱਲੋਂ ਹੁੰਦੇ ਸੀ, ਉਹ ਅੱਜ ਕੱਲ੍ਹ ਨਹੀਂ ਹੈਗੇ, ਅਤੇ ਬੜੇ ਸਿਆਣੇ ਬੰਦੇ ਸੀ, ਨਿਰਮਲੇ ਸੰਤ ਸੀ। ਮੇਰਾ ਭਾਣਜਾ ਸੀ ਦਲਜੀਤ ਸ਼ਾਹੀ, ਵਕੀਲ ਹੈ, ਬੜਾ ਵੱਡਾ ਰਾਈਟਰ ਹੈ ਉਹ ਵੀ ਆਪ। ਮੈਂ ਕਈ ਇਸ ਤਰ੍ਹਾਂ ਦੇ ਬੰਦਿਆਂ ਨੂੰ ਦਿਖਾਈ, ਉਹਨਾਂ ਨੇ ਵੀ ਬੜਾ ਇਨਕਰੇਜ ਕੀਤਾ। ਫਿਰ ਅਸੀਂ 2015 ਦੇ ਵਿੱਚ ਸਵੀ ਸਾਹਿਬ ਨੇ ਉੱਥੋਂ ਛਾਪੀ। ਠੀਕ ਹੈ। ਫਿਰ ਜਿਸ ਤਰ੍ਹਾਂ ਕਿਤਾਬ ਜਿਵੇਂ ਗਈ ਨਾ, ਇਹ ਐਕਸਪੀਰੀਅੰਸ ਸੀ ਆਪਣੇ ਆਪ 'ਚ ਵੀ ਜਿੱਥੇ ਚਲੇ ਗਈ। ਮੇਰਾ ਫੋਨ ਉੱਪਰ ਦਿੱਤਾ ਹੋਇਆ ਸੀ, ਮੈਨੂੰ ਇੰਨੇ ਫੋਨ ਆਏ, ਇੰਨੇ ਲੋਕ ਮਿਲੇ ਜਿਨ੍ਹਾਂ ਨੂੰ ਮੈਂ ਨਹੀਂ ਸੀ ਜਾਣਦਾ, ਇੰਨੀਆਂ ਸਟੋਰੀਆਂ ਉਹਨਾਂ ਨੇ ਸੁਣਾਈਆਂ। ਫਿਰ ਮੈਨੂੰ ਲੱਗਿਆ, ਮੈਂ ਕਿਹਾ ਇਹ ਤਾਂ ਬਹੁਤ ਹੀ ਵੱਡੀ ਮਤਲਬ ਆਪਣੇ ਆਪ 'ਚ ਘਟਨਾ ਹੈ, ਜਿਹੜੀ ਜਿੰਨੀ ਅਸੀਂ ਸੋਚਦੇ ਵੀ ਹਾਂ ਸਾਡੀ ਇਮੈਜੀਨੇਸ਼ਨ ਤੋਂ ਕਿਤੇ ਪਰੇ ਹੈ ਇਹ। ਜਾਣੀ ਕਿ
ਫੋਨ ਆਉਣ 'ਤੇ ਕਿਤਾਬ ਛਪਣ ਤੋਂ ਬਾਅਦ ਜਦੋਂ ਫੋਨ ਆਏ ਤਾਂ ਤੁਹਾਡੇ ਦਿਲ ਨੂੰ ਇੱਕ ਸਕੂਨ ਮਿਲ ਗਿਆ ਵੀ ਮੈਂ ਜੋ ਕੁਝ ਕੀਤਾ ਹੈ ਜਾਂ ਪ੍ਰਮਾਤਮਾ ਨੇ ਆਪਣੀ ਮਿਹਰ ਨਾਲ ਕਰਵਾਇਆ, ਇੱਕ ਵਧੀਆ ਕਾਰਜ ਹੋਇਆ ਹੈ? ਇਹ ਵੀ ਹੋਇਆ, ਪਰ ਮੈਨੂੰ ਥੋੜਾ ਜਿਹਾ ਨਾ ਡਰ ਵੀ ਲੱਗਿਆ ਕਿ ਮੈਂ ਕਿਤੇ ਇਹਨਾਂ ਦੇ ਜ਼ਖਮ ਚੰਗੇ ਭਲੇ ਭੁੱਲ ਭੱਲ ਰਹੇ ਸੀ ਵੀ ਕਿਤੇ ਉਚੇੜ ਹੀ ਤਾਂ ਨਹੀਂ ਦਿੱਤੇ। ਫਿਰ ਮੇਰੀ ਇੱਕ ਦੋ ਬਜ਼ੁਰਗਾਂ ਨਾਲ ਵੀ ਗੱਲ ਹੋਈ। ਇੱਕ ਸਾਡੇ ਨਾ ਅਮਰੀਕਾ ਤੋਂ ਕਿਸੇ ਕੋਲ ਕੋਈ ਆਏ ਹੋਏ ਸੀ, ਸਾਡੇ ਰਿਟਾਇਰਡ ਪ੍ਰੋਫੈਸਰ ਨੇ, ਉਹਨੇ ਫੋਨ ਮਿਲਾਇਆ ਤੇ ਉਹ ਕਹਿੰਦਾ ਜੀ ਜਿਹਨੇ ਉਹ ਕਿਤਾਬ ਲਿਖੀ ਹੈ ਤੁਸੀਂ ਪੜ੍ਹੀ ਆ, ਉਹਦੇ ਨਾਲ ਗੱਲ ਕਰ ਲਓ। ਉਹ ਬੰਦਾ ਰੋਣ ਹੀ ਲੱਗ ਗਿਆ। ਮਤਲਬ ਉਹਨੇ ਮੈਨੂੰ ਦੱਸਿਆ ਵੀ ਜਿੱਥੇ ਨਨਕਾਣਾ ਸਾਹਿਬ ਉਹਦੇ ਲਾਗੇ ਹੀ ਉਹਨਾਂ ਦਾ ਘਰ ਸੀ ਕਿਤੇ। ਅੱਛਾ। ਤੇ ਛੋਟਾ ਬੱਚਾ ਸੀ 8 ਸਾਲ ਦਾ ਉਸ ਟਾਈਮ। ਉਹਨੇ ਉਹ ਸਾਰੀ ਸਟੋਰੀ ਬੜੀ ਦਰਦ ਭਰੀ ਮੈਨੂੰ ਸੁਣਾਈ ਵੀ ਕਿਵੇਂ ਉਹ ਖੇਡਣ ਜਾਂਦੇ ਹੁੰਦੇ ਸੀ ਗੁਰਦੁਆਰਾ ਸਾਹਿਬ 'ਚ, ਕਿਵੇਂ ਫਿਰ ਇੱਕਦਮ ਹੱਲਾ ਹੋਇਆ, ਕਿਸ ਤਰ੍ਹਾਂ ਉਹ ਉੱਥੋਂ ਆਏ, ਰਸਤੇ 'ਚ ਉਹਦੇ ਫਾਦਰ ਦੀ ਡੈਥ ਹੋ ਗਈ। ਮਤਲਬ ਮੈਨੂੰ ਐਂ ਲੱਗਣ ਲੱਗ ਗਿਆ ਵੀ ਮੈਂ ਦੁਬਾਰਾ ਤਾਂ ਨਹੀਂ ਕਿਤੇ ਛੇੜ ਲਿਆ ਕੰਮ। ਫਿਰ ਮੈਂ ਉਹਨਾਂ ਬੰਦਿਆਂ ਨੂੰ ਪੁੱਛਿਆ ਜਿਨ੍ਹਾਂ ਨੇ ਪੜ੍ਹੀ ਸੀ। ਉਹ ਫਿਰ ਬਹੁਤ ਸਾਰਿਆਂ ਦੀ ਇਹ ਫੀਲਿੰਗ ਸੀਗੀ ਵੀ ਪੜ੍ਹ ਕੇ ਨਾ ਸਾਨੂੰ ਥੋੜ੍ਹਾ ਜਿਹਾ ਮਤਲਬ ਥੋੜ੍ਹਾ ਸਕੂਨ ਮਿਲਦਾ, ਮਨ ਹੌਲਾ ਹੋ ਰਿਹਾ ਵੀ ਜਿਵੇਂ ਦਰਦ ਨਿਕਲ ਗਿਆ ਹੋਵੇ। ਉਹ ਫਿਰ ਮੈਨੂੰ ਲੱਗਿਆ, ਮੈਂ ਕਿਹਾ ਵੀ ਨਹੀਂ ਇਹ ਠੀਕ ਹੀ, ਰੱਬ ਨੇ ਜੋ ਕਰਾਇਆ ਠੀਕ ਹੀ ਹੈ। ਭੱਟੀ ਸਾਹਿਬ ਵੀ ਜਿਹੜੀ ਕਿਤਾਬ ਆਪਾਂ ਘੁੰਡ ਚੁਕਾਈ ਕੀਤੀ ਹੈ ਉਹਦਾ ਅਨੁਵਾਦ ਜਿਹੜਾ ਕਿ ਅੰਗਰੇਜ਼ੀ ਵਿੱਚ ਹੈ, ਸਭ ਤੋਂ ਪਹਿਲਾਂ ਤੁਸੀਂ ਕਿਸ ਭਾਸ਼ਾ 'ਚ ਲਿਖੀ ਅਤੇ ਉਸ ਤੋਂ ਬਾਅਦ ਕਿਵੇਂ ਇਹਦੇ ਕਿੰਨੇ ਰੂਪਾਂ ਵਿੱਚ ਇਹਨੂੰ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਏ? ਇਹ 'ਚ ਮੈਂ ਤਾਂ ਪੰਜਾਬੀ 'ਚ ਹੀ ਲਿਖੀ ਸੀ ਪਹਿਲਾਂ, ਗੁਰਮੁਖੀ ਦੇ ਵਿੱਚ। ਠੀਕ ਹੈ ਜੀ। ਇਹ 2015 ਦੇ ਵਿੱਚ ਅਸੀਂ ਰਿਲੀਜ਼ ਕਰੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਹੋਰਾਂ ਨੇ। ਠੀਕ ਹੈ ਜੀ। ਉਹ ਤੋਂ ਬਾਅਦ ਦੇ ਵਿੱਚ ਫਿਰ ਸਾਡੇ ਉੱਥੇ ਪ੍ਰੋਫੈਸਰ ਹਰਜੀਤ ਸਿੰਘ ਗਿੱਲ, ਤੁਸੀਂ ਜਾਣਦੇ ਨਾਂ ਸੁਣਿਆ ਹੋਣਾ, ਉਹ JNU ਦੇ ਵਿੱਚ ਪ੍ਰੋਫੈਸਰ ਐਮਰਾਈਟਸ ਰਹੇ ਨੇ, ਲਿੰਗੁਇਸਟਿਕਸ ਦੇ ਪ੍ਰੋਫੈਸਰ ਸੀ। ਠੀਕ ਹੈ। ਉਹ ਮੇਰੇ ਵੀ, ਮੇਰੀ ਵਾਈਫ ਦੇ ਵੀ, ਸਾਡੇ ਬਹੁਤ ਸਾਰੇ ਜਾਣਿਆਂ ਦੇ ਨਾ ਉਹ ਸੁਪਰਵਾਈਜ਼ਰ ਸੀ। ਉਹ ਮੈਨੂੰ ਕਹਿਣ ਲੱਗੇ ਵੀ ਇਹ ਅੱਧੇ ਪੰਜਾਬ ਲਈ ਹੈ, ਪਾਕਿਸਤਾਨੀਆਂ ਨੂੰ ਤਾਂ ਗੁਰਮੁਖੀ ਆਉਂਦੀ ਕੋਈ ਨਹੀਂ। ਬਿਲਕੁਲ। ਵੀ ਤੁਸੀਂ ਇਹਨੂੰ ਆਪਾਂ ਉਹਦੇ 'ਚ ਕਰੀਏ। ਉਹਨਾਂ ਨੇ ਆਪੇ ਹੀ ਫਿਰ, ਕਿਉਂਕਿ ਉਰਦੂ ਪੜ੍ਹੇ ਹੋਏ ਸੀ, ਉਹਨਾਂ ਨੇ ਟਰਾਂਸਲਿਟਰੇਟ ਕਰਤੀ ਇਹ ਸ਼ਾਹਮੁਖੀ ਜੀ। ਫਿਰ ਅਸੀਂ ਛਪਾਈ ਇੱਥੇ ਆਪਣੇ ਯੂਨੀਸਟਾਰ ਵਾਲਿਆਂ ਨੇ ਛਾਪੀ, ਬੜੀ ਸੋਹਣੀ ਮਤਲਬ ਉਹ। ਠੀਕ ਹੈ। ਉਹ ਫਿਰ ਪਾਕਿਸਤਾਨ 'ਚ ਕਾਫੀ ਅਸੀਂ ਭੇਜੀ ਉਸ ਤਰੀਕੇ ਦੇ ਨਾਲ। ਉਹਦਾ ਜਦੋਂ ਅਸੀਂ ਰਿਲੀਜ਼ ਸਮਾਰੋਹ ਕੀਤਾ ਨਾ, ਭਾਈ ਵੀਰ ਸਿੰਘ ਸਦਨ ਉੱਥੇ ਕਰਿਆ ਸੀਗਾ ਦਿੱਲੀ 'ਚ। ਹਾਂਜੀ। ਉੱਥੇ ਚਰਚਾ ਦੇ ਵਿੱਚ ਗੱਲ ਆਈ ਕਿ ਅੰਗਰੇਜ਼ੀ 'ਚ ਵੀ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਤਾਂ ਆਪਣੀਆਂ ਅਗਲੀਆਂ ਜਨਰੇਸ਼ਨਸ ਨੇ ਜਿਹੜੀਆਂ ਬਾਹਰ, ਉਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ ਬਹੁਤ ਸਾਰੀ। ਬਿਲਕੁਲ ਜੀ। ਅੱਛਾ, ਅੰਗਰੇਜ਼ੀ 'ਚ ਟਰਾਂਸਲੇਸ਼ਨ ਔਖੀ ਬੜੀ ਸੀ। ਇਹ ਮੈਡਮ ਕੁਮੂ ਲੱਭੀ ਜਿਨ੍ਹਾਂ ਨੇ ਟਰਾਂਸਲੇਟ ਕਰੀ ਹੈ, ਉੱਥੇ ਪੇਪਰ ਪੜ੍ਹਿਆ ਸੀ ਉਹਨਾਂ ਨੇ ਇਹਦੇ ਉੱਪਰ। ਉਹਦੇ ਵਿੱਚ ਟਰਾਂਸਲੇਟਡ ਕੁਝ ਸਟੈਂਜੇ ਸੀਗੇ। ਠੀਕ। ਉੱਥੇ ਹੀ ਲੋਕਾਂ ਨੇ ਕਿਹਾ ਕਿ ਜੇ ਇਦਾਂ ਦੀ ਟਰਾਂਸਲੇਸ਼ਨ ਤੁਸੀਂ ਸਾਰੀ ਦੀ ਹੋਈ ਕਰਦੇ ਹੋ। ਉਹ ਫਿਰ ਉਹਨਾਂ ਨੇ ਹੌਲੀ ਹੌਲੀ ਮਤਲਬ ਇਹ ਲੱਗ ਕੇ ਕਰਤੀ। ਇਹ ਟਰਾਂਸਲੇਸ਼ਨ ਉਹਨਾਂ ਦੀ ਕੀਤੀ ਹੋਈ ਹੈ, ਔਖੀ ਬਹੁਤ ਸੀ ਕਿਉਂਕਿ ਠੇਠ ਪੰਜਾਬੀ 'ਚ ਲਿਖੀ ਹੋਈ ਹੈ। ਬਿਲਕੁਲ ਜੀ। ਅਤੇ ਅੰਗਰੇਜ਼ੀ 'ਚ ਇਹਨੂੰ ਕਰਨਾ ਕਾਫੀ ਔਖਾ ਸੀ, ਪਰ ਉਹਨੇ ਬੜੀ ਮਿਹਨਤ ਕਰੀ। ਅਤੇ 3 ਕੁ ਵਾਰ ਮੈਨੂੰ ਯਾਦ ਹੈ ਵੀ ਮੈਂ ਵੀ ਉਹ ਡਰਾਫਟ ਪੜ੍ਹੇ ਅਤੇ ਇੱਕ ਲਫ਼ਜ਼ ਦੇ ਉੱਪਰ ਵੀ ਟਾਈਮ ਲੱਗਿਆ ਕਾਫੀ। ਅਤੇ ਪਰ ਇਹ ਹੈ ਕਿ ਆਸ ਹੈ ਵੀ ਇਹ ਜਿਹੜੀ ਆਪਣੇ ਡਿਆਸਪੋਰਾ ਦੇ ਵਿੱਚ ਜਿਹੜੀਆਂ ਅਗਲੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਜ਼ਰੂਰ ਕਮਿਊਨੀਕੇਸ਼ਨ ਦੇ ਲਈ ਠੀਕ ਰਹੂਗੀ। ਅਤੇ ਹੋਰ ਕੋਈ ਖਾਸ ਗੱਲ ਜਿਹੜੀ ਤੁਸੀਂ ਜਦੋਂ ਕਿਤਾਬ ਲਿਖੇ ਅਤੇ ਉਸ ਟਾਈਮ ਕਿਸ ਤਰ੍ਹਾਂ ਦੇ ਤੁਹਾਡੇ ਜਾਣੀ ਕਿ ਮਨ ਦੇ ਵਿੱਚ ਜਾਂ ਦਿਮਾਗ 'ਚ ਅਸੀਂ ਗੱਲ ਕਰੀਏ ਜਾਂ ਅੱਖਾਂ ਦੇ ਸਾਹਮਣੇ ਕਿਸ ਤਰ੍ਹਾਂ ਦੇ ਜਾਣੀ ਕਿ ਗੱਲਾਂ ਆਉਂਦੀਆਂ ਸੀ, ਕਿਸ ਤਰ੍ਹਾਂ ਦਾ ਰੂਪ ਰੇਖਾ ਆਉਂਦੀ ਸੀ ਸਾਰੀ ਸਾਹਮਣੇ? ਐਕਚੁਅਲੀ ਇੱਕ ਤਾਂ ਦੇਖੋ, ਦਰਦ ਨੂੰ ਦੁਬਾਰਾ ਚਿਤਵਣਾ ਵੀ ਓਨਾ ਹੀ ਦਰਦ ਵਾਲੀ ਗੱਲ ਹੁੰਦੀ ਹੈ। ਦੂਜੀ ਚੀਜ਼ ਇਹ ਹੈ ਕਿ ਇਹ ਆਪਣੇ ਆਪ ਦੇ ਵਿੱਚ ਨਾ ਜਿਹੜਾ ਕ੍ਰੀਏਟਿਵ ਪ੍ਰੋਸੈਸ ਹੈ ਨਾ, ਇਹ ਤੁਹਾਨੂੰ ਓਵਰਪਾਵਰ ਹੀ ਕਰ ਲੈਂਦਾ ਹੈ। ਤੁਸੀਂ ਉਹ ਬੰਦਾ ਨਹੀਂ ਹੁੰਦੇ। ਤੁਹਾਡੀ ਸ਼ਖਸੀਅਤ ਹੈ ਜਿਹੜੀ, ਉਹ ਤੁਹਾਨੂੰ ਪਰਮਾਤਮਾ ਇੱਕ ਤਰੀਕੇ ਦੇ ਨਾਲ ਉਸ ਮੋਡ 'ਚ ਲੈ ਜਾਂਦਾ ਹੈ ਕਿ ਤੁਹਾਨੂੰ ਉਹ ਕੰਪੈਲ ਕਰ ਦਿੰਦਾ ਵੀ ਲਿਖੋ ਹੀ ਹੁਣ ਤੁਸੀਂ ਆਹ ਗੱਲ ਤਾਂ। ਅੱਛਾ, ਕਿਉਂਕਿ ਮੇਰੇ ਮਨ 'ਚ ਹਿਸਟਰੀ ਸੀ, ਸਾਰਾ ਕੁਝ ਸੀਗਾ, ਦਲੀਲ ਵੀ ਸੀ, ਲੌਜੀਕਲੀ ਵੀ ਮੈਂ ਲਿਖਦਾ ਸੀ। ਪਰ ਜਿਹੜਾ ਕ੍ਰੀਏਟਿਵ ਪ੍ਰੋਸੈਸ ਹੈ, ਜਿਵੇਂ ਇੱਕ ਸ਼ਬਦ ਦਾ ਕਿਸੇ ਦਾ ਉਤਰਨਾ ਹੈ, ਮਤਲਬ ਮੈਂ ਫਾਰ ਇੰਸਟੈਂਸ ਤੁਹਾਨੂੰ ਦੱਸਦਾ ਕਿ ਮੈਂ ਉਹਦੀ ਪੜ੍ਹ ਰਿਹਾ ਸੀ, ਜਿਹੜਾ ਰੈੱਡ ਕਲਿਫ ਲਾਈਨ ਕਹਿੰਦੇ ਨੇ ਜਿਹੜੀ ਮਾਰੀ ਹੈ। ਹਾਂਜੀ। ਰੈੱਡ ਕਲਿਫ ਦਾ ਜਿਹੜਾ ਸਟੈਨੋ ਸੀ, ਉਹਦੇ ਗ੍ਰੈਂਡ ਸਨ ਨੇ ਕੋਈ ਕਿਤਾਬ ਲਿਖੀ ਅਤੇ ਉਹਨੇ ਉਹਦੇ 'ਚ ਲਿਖਿਆ ਕਿ ਮੇਰੇ ਗ੍ਰੈਂਡ ਸਨ ਨੇ ਜੇ ਸਟੈਨੋ ਨੂੰ ਬਾਹਰ ਕੱਢਤਾ ਸੀ ਇਹਨਾਂ ਨੇ, ਮਾਊਂਟਬੈਟਨ ਨੇ ਅਤੇ ਰੈੱਡ ਕਲਿਫ ਨੇ। ਜਦੋਂ ਲੰਚ ਕਰਨ ਲੱਗੇ ਉਦੋਂ ਉਹ ਰੈੱਡ ਕਲਿਫ ਲਾਈਨ ਮਾਰੀ ਗਈ। ਠੀਕ ਹੈ। ਉਹ ਮੇਰੇ ਮਨ 'ਚ ਕਈ ਦਿਨ ਘੁੰਮਦੀ ਗਈ। ਫਿਰ ਮੈਂ 'ਚ ਕੋ ਪੈਰਾ ਲਿਖਿਆ ਵੀ ਹੋਇਆ ਵੀ ਜਦੋਂ ਉਹ ਬੈਠੇ ਤਾਂ ਵਿਸਕੀ ਪੀਂਦਿਆਂ ਨੇ ਕਿਸ ਤਰ੍ਹਾਂ ਉਹਨਾਂ ਨੇ ਮਤਲਬ ਇਹ ਵੰਡ ਕੀਤੀ ਲੰਚ ਕਰਦਿਆਂ ਨੇ, ਵੀ ਕਿੱਡਾ ਵੱਡੀ ਟ੍ਰੈਜਡੀ ਸੀ। ਹਾਲਾਂਕਿ ਜਿਹੜਾ ਸਿਰਿਲ ਰੈੱਡ ਕਲਿਫ ਸੀ, ਉਹਨੇ ਬਾਅਦ 'ਚ ਤਨਖਾਹ ਨਹੀਂ ਸੀ ਲਈ। ਉਹਨੇ ਵੀ ਜਦੋਂ ਉਹ ਵੀ ਬਾਅਦ 'ਚ ਤੜਫਿਆ ਬਹੁਤ ਵੀ ਕਿੱਡਾ ਵੱਡਾ ਇਹ ਜਿਹੜਾ ਦੁਖਾਂਤ ਦਾ ਲੇਖਕ ਉਹ ਹੈ ਇੱਕ ਹਿਸਾਬ ਦੇ ਨਾਲ। ਇਸੇ ਤਰ੍ਹਾਂ ਮੈਂ ਇੱਕ ਵਾਰ ਪੜ੍ਹ ਰਿਹਾ ਸੀ, ਉਹ ਜਨਾਹ ਦੇ ਕਿਤੇ ਸ਼ਾਇਦ ਪਾਇਲਟ ਦੇ ਕਿਸੇ ਅੱਗੇ ਬੱਚੇ ਨੇ ਜਾਂ ਕਿਸੇ ਨੇ ਕਿਸੇ ਬੁੱਕ 'ਚ ਰੈਫਰੈਂਸ ਸੀ, ਮੈਨੂੰ ਉਹਦਾ ਯਾਦ ਨਹੀਂ।
ਉਹ ਕਹਿੰਦੇ ਜਨਾਬ ਜਦੋਂ ਉੱਪਰੋਂ ਦੇਖ ਰਿਹਾ ਸੀ ਨਾ ਜਹਾਜ਼ ਦੇ ਵਿੱਚੋਂ ਜਦੋਂ ਕਾਫਲੇ ਜਾ ਰਹੇ ਸੀ ਤਾਂ ਉਹ ਬਾਰ-ਬਾਰ ਮਤਲਬ ਇਹ ਕਹਿ ਰਿਹਾ ਸੀ ਕਿ ਮੈਂ ਕੀ ਕਰਤਾ ਹੈ, ਮਤਲਬ ਪਛਤਾਵਾ ਸੀਗਾ ਉਹਦੇ 'ਚ। ਪਰ ਇਹ ਹੈ ਵੀ ਸਾਡੀਆਂ ਜਿਹੜੀ ਮਤਲਬ ਲੀਡਰਸ਼ਿਪ ਸੀਗੀ ਜਾਂ ਹੋਰ, ਉਹਨੇ ਮੇਰਾ ਖਿਆਲ ਹੈ ਐਡਾ ਸੋਚਿਆ ਕਿਸੇ ਨੇ ਵੀ ਨਹੀਂ ਸੀ ਵੀ ਐਡਾ ਵੱਡਾ ਦੁਖਾਂਤ ਵਾਪਰੂਗਾ। ਪਰ ਬਾਅਦ ਦੇ ਵਿੱਚ ਵੀ ਕਿਸੇ ਨੇ ਕੋਈ ਅਫਸੋਸ ਵੀ ਨਹੀਂ ਉਹਨਾਂ ਕੀਤਾ। ਅੱਜ ਤੱਕ ਕਿਸੇ ਨੇ ਮਾਫੀ ਨਹੀਂ ਮੰਗੀ, ਅੱਜ ਤੱਕ ਕਿਸੇ ਨੇ ਅੰਗਰੇਜ਼ਾਂ ਤੋਂ ਨਹੀਂ ਮੰਗ ਕਰੀ। ਬਿਲਕੁਲ। ਸੋ ਇਹ ਇੱਕ ਕਿਸਮ ਦੇ ਨਾਲ ਇਹ ਤੁਸੀਂ ਇਹ ਸਮਝ ਲਓ ਵੀ ਸਾਡਾ ਜਿਹੜਾ ਮਨੁੱਖਤਾ ਦਾ ਲੈਵਲ ਹੈ ਦਿਖਾਵੇ ਵਾਲਾ ਸਾਡੀ ਲੀਡਰਸ਼ਿਪ ਦਾ, ਉਹ ਜ਼ਰੂਰ ਤੁਹਾਨੂੰ ਉਹਦੇ ਤੇ ਅਫਸੋਸ ਹੁੰਦਾ ਹੈ ਕਿ ਆਪਣੇ ਤੋਂ ਛੋਟੀ ਜਿਹੀ ਗਲਤੀ ਵੀ ਹੋ ਜਾਵੇ। ਬਿਲਕੁਲ ਸਹੀ ਗੱਲ ਹੈ। ਤਾਂ ਕਿਤੇ ਨਾ ਕਿਤੇ ਉਹ ਮਨ ਦੇ ਵਿੱਚ ਅਸਰ ਕਰਦੀ ਹੈ। ਸੋ ਇਹ ਜਿਹੜੇ ਪੋਲੀਟੀਕਲ ਲੀਡਰਸ ਨੇ ਜਾਂ ਲੀਡਰਸ਼ਿਪ ਹੈ, ਇਹਨੂੰ ਢੱਕ ਲੈਂਦੇ ਨੇ ਜਾਂ ਰੱਬ ਨੇ ਇਹਨਾਂ ਦੀ ਜ਼ਮੀਰ ਹੈ ਜਿਹੜੀ ਉਹ ਬਹੁਤ ਹੀ ਕਮਜ਼ੋਰ ਜਿਹੀ ਪਾਈ ਹੁੰਦੀ ਹੈ। ਇਹ ਵਾਰ-ਵਾਰ ਜ਼ਰੂਰ ਆਉਂਦਾ ਸੀ ਵੀ ਇਹ ਕਿਵੇਂ ਹੋ ਸਕਦਾ ਹੈ, ਆਪਾਂ ਬੱਚੇ ਦੇ ਚਪੇੜ ਮਾਰ ਦਈਏ, ਉਹ ਸੌਂ ਵੀ ਜਾਵੇ, ਸਾਨੂੰ ਨੀਂਦ ਨਹੀਂ ਆਉਂਦੀ। ਬਿਲਕੁਲ। ਮਤਲਬ ਇਹ ਕਿਸ ਤਰੀਕੇ ਨਾਲ ਹੋਇਆ ਵੀ 10 ਲੱਖ ਲੋਕ ਮਰੇ, ਉਜੜੇ, ਤੇ ਮਤਲਬ ਕਿਸੇ ਨੂੰ ਇਹ ਗੱਲ ਲੱਗੀ ਹੋਈ ਨਹੀਂ ਕਿ ਯਾਰ ਇਹ ਬੰਦੇ ਸੀ ਆਖਰਕਾਰ। ਬਿਲਕੁਲ। ਸੋ ਇਹ ਜ਼ਰੂਰ ਵਾਰ-ਵਾਰ ਆਉਂਦੀ ਸੀ ਗੱਲ। ਤੇ ਭੱਟੀ ਸਾਹਿਬ ਵੀ ਜਦੋਂ ਤੁਸੀਂ ਇਹ ਕਿਤਾਬ ਵੰਡਨਾਮਾ ਲਿਖਣੀ ਸ਼ੁਰੂ ਕੀਤੀ ਤਾਂ ਤੁਹਾਡੇ ਮਾਤਾ ਜੀ ਨੇ ਵੀ ਆਪਣਾ ਯੋਗਦਾਨ ਪਾਇਆ, ਤੁਹਾਨੂੰ ਇੱਕ ਰਾਹੇ ਪਾਇਆ ਵੀ ਇਸ ਪਾਸੇ ਨਹੀਂ ਜਾਣਾ, ਆਪਾਂ ਇਸ ਪਾਸੇ ਜਾ ਕੇ ਤੇ ਇਸ ਤਰ੍ਹਾਂ ਕਰਨਾ, ਤਾਂ ਜੋ ਜਿੱਥੇ ਲੋਕਾਂ ਦੀ ਸਮਝ ਵਿੱਚ ਆ ਸਕੇ, ਲੋਕਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਦਰਦ ਕੀ ਸੀ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਹੰਢਾਇਆ ਆਪਣੇ ਪਿੰਡੇ ਤੇ। ਤੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਜਿਹੜੀ ਆ ਕਿ ਕਿਤਾਬ ਤੁਸੀਂ ਲੋਕ ਅਰਪਣ ਕੀਤੀ, ਲੋਕਾਂ ਦੇ ਵਿੱਚ ਲੈ ਕੇ ਆਏ ਹੋ, ਤੇ ਫਿਰ ਮਾਤਾ ਜੀ ਦੇ ਬਾਰੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਵੀ ਅੱਜ ਜੇ ਮੇਰੀ ਮਾਂ ਹੁੰਦੀ ਤਾਂ ਫਿਰ ਸੋ ਉਹਦੇ ਬਾਰੇ ਵੀ ਜ਼ਰੂਰ ਆਪਣੀ ਜਿਹੜੀ ਤੁਸੀਂ ਮੈਂ ਲਿਖੀ ਤਾਂ ਉਹਨਾਂ ਲਈ ਹੋਈ ਸੀ ਇਹਨਾਂ ਮੇਰੇ ਮਤਲਬ ਉੱਥੇ ਵੀ ਜਦੋਂ ਅਸੀਂ ਉਦਘਾਟਨ ਕਰਿਆ ਵੀ ਸੀ 2015 'ਚ ਵੀ ਮੈਂ ਉੱਥੇ ਵੀ ਇਹੀ ਗੱਲ ਕਹੀ ਸੀ, ਮੈਂ ਇੰਟਰੋਡਕਸ਼ਨ 'ਚ ਵੀ ਲਿਖੀ ਸੀ ਇਹ ਚੀਜ਼। ਮੇਰੇ ਮਨ ਦੇ ਵਿੱਚ ਸੀ ਮੈਂ ਉਹਨਾਂ ਨੂੰ ਇਹ ਡੈਡੀਕੇਟ ਕਰਦੇ ਹਾਂ। ਅੱਛਾ, ਉਹ ਗੱਲਾਂ 'ਚ ਮੈਨੂੰ ਲੱਗਿਆ ਕਿ ਮਤਲਬ ਉਹ ਕਿਉਂਕਿ ਸਾਰੀਆਂ ਹੀ ਮਾਵਾਂ ਹੀ ਸੀ ਸਾਡੀਆਂ। ਬਿਲਕੁਲ। ਸੋ ਇਸ ਕਰਕੇ ਮੈਨੂੰ ਲੱਗਿਆ ਵੀ ਜਿਹੜੇ ਸਾਰੇ ਹੀ ਬੇਕਸੂਰ ਮਰੇ ਨੇ ਉਹ ਇੱਕੋ ਹੀ ਰੂਹ ਹੈ ਉਹ। ਬਿਲਕੁਲ। ਸੋ ਅਸੀਂ ਉੱਥੇ ਇਹ ਵੀ ਗੱਲ ਕਰੀ ਸੀਗੀ ਕਿ ਅੱਜ ਤੱਕ ਹੁਣ ਤਾਂ ਅਕਾਲ ਤਖਤ ਦੇ ਜਥੇਦਾਰ ਆਪਣੇ ਹਰਪ੍ਰੀਤ ਸਿੰਘ ਹੋਰਾਂ ਨੇ ਕਰਤਾ ਹੈ ਕਿ ਪਛਤਾਪ ਦਿਵਸ ਦੇ ਤੌਰ 'ਤੇ ਜਾਂ ਪ੍ਰੇਅਰ ਦਿਵਸ ਦੇ ਤੌਰ 'ਤੇ ਮਨਾਓ। ਅਸੀਂ ਇੱਕ ਵਾਰ ਮੰਟੋ ਦੀ ਵਰਸੀ ਦੇ ਉੱਪਰ ਇਹ ਗੱਲ ਮੈਂ ਹੀ ਕਹੀ ਸੀਗੀ, ਮੈਂ ਕਿਹਾ ਵੀ ਇੰਨੀਆਂ ਰੂਹਾਂ ਮਤਲਬ ਵਿਛੜ ਗਈਆਂ ਸਰੀਰਾਂ 'ਚੋਂ, ਕਿਸੇ ਨੇ ਅਰਦਾਸ ਵੀ ਨਹੀਂ ਕਰੀ। ਬਿਲਕੁਲ। ਤੁਸੀਂ ਦੇਖੋ ਨਾ ਸਾਡੇ ਮੁਲਕਾਂ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਦੀ ਤੁਸੀਂ ਇਨਸੈਂਸਿਟੀਵਿਟੀ ਦੇਖੋ। ਮੈਂ ਕਹਿੰਦਾ ਧਾਰਮਿਕ ਤੌਰ 'ਤੇ ਲੋਕ ਸੋਚ ਲੈਂਦੇ। ਬਿਲਕੁਲ। ਇਸਲਾਮ ਵਾਲੇ ਵੀ, ਹਿੰਦੂਇਜ਼ਮ ਵਾਲੇ ਵੀ, ਸਿੱਖ ਵੀ, ਕਿ ਯਾਰ ਉਹ ਬੰਦਿਆਂ ਦੇ ਰਸਤਿਆਂ 'ਚ ਲੋਕ ਮਰ ਗਏ ਬਹੁਤ ਸਾਰੇ। ਸਹੀ ਗੱਲ ਹੈ। ਇਹਨਾਂ ਦਾ ਕੋਈ ਕਿਰਿਆਕਰਮ ਵੀ ਨਹੀਂ ਹੋਇਆ। ਫਿਰ ਹੜ੍ਹ ਆਇਆ, ਕਿੰਨੀਆਂ ਤੁਸੀਂ ਪਿਕਚਰਾਂ ਦੇਖੋਗੇ, ਮਤਲਬ ਹਿੱਲ ਜਾਂਦਾ ਬੰਦਾ ਦੇਖ ਕੇ। ਸੋ ਉਹ ਜ਼ਰੂਰ ਸੀ, ਪਰ ਮੈਨੂੰ ਫਿਰ ਲੱਗਿਆ ਵੀ ਉਹ ਇੱਕੋ ਹੀ ਰੂਹ ਹੈ ਉਹਨਾਂ ਸਾਰਿਆਂ ਦੀ। ਸੋ ਉਹਨਾਂ ਨੂੰ ਹੀ ਡੈਡੀਕੇਟ ਕਰੀ ਮੈਂ ਇਹ ਕਿਤਾਬ। ਅਤੇ ਕਿਤਾਬ ਦੇ ਪੰਨਿਆਂ ਦੇ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਤੁਸੀਂ ਅਲੱਗ-ਅਲੱਗ ਥਾਵਾਂ ਤੋਂ ਜਿਹੜੀਆਂ ਕਿ ਸਰੋਤਾਂ ਤੋਂ ਇਕੱਠੀਆਂ ਕੀਤੀਆਂ ਨੇ ਅਤੇ ਕਿਤਾਬ ਵਿੱਚ ਲਾਈਆਂ ਨੇ। ਜਦੋਂ ਤੁਸੀਂ ਤਸਵੀਰਾਂ ਇਕੱਠੀਆਂ ਕਰ ਰਹੇ ਸੀਗੇ ਅਤੇ ਜਿਹੜੀ ਤਸਵੀਰ ਆਉਂਦੀ ਸੀ, ਹਰ ਤਸਵੀਰ ਆਪਣਾ ਵੱਖਰਾ ਰੂਪ ਦਿਖਾਉਂਦੀ ਸੀ, ਹਰ ਤਸਵੀਰ ਆਪਣਾ ਵੱਖਰਾ ਦਰਦ ਦਿੰਦੀ ਸੀ, ਹਰ ਤਸਵੀਰ ਜਿਹੜਾ ਕਿ ਆਪਣਾ ਵੱਖਰੇ ਅਥਰੂ ਗੇਰਦੀ ਸੀਗੀ, ਤਾਂ ਉਸ ਟਾਈਮ ਤੁਹਾਡੇ ਮਨ ਵਿੱਚ ਕੀ ਆਉਂਦਾ ਸੀਗਾ, ਕਿਸ ਤਰ੍ਹਾਂ ਦੀ ਭਾਵਨਾਵਾਂ ਆਉਂਦੀਆਂ ਸੀ? ਦੇਖੋ, ਇੱਕ ਤਾਂ ਉਸ ਟਾਈਮ ਅਜੇ, ਹੁਣ ਤਾਂ ਅੱਜ ਕੱਲ੍ਹ ਤਾਂ ਪਿਕਚਰਾਂ ਦਾ ਬਹੁਤ ਹੋ ਗਿਆ, ਉਦੋਂ ਕੈਮਰੇ ਵਾਲੇ ਘੱਟ ਹੋਣਗੇ, ਅੰਗਰੇਜ਼ ਸੀ ਜਾਂ ਥੋੜ੍ਹੇ ਜਰਨਲਿਸਟ ਸੀਗੇ। ਬਿਲਕੁਲ। ਪਰ ਇਹਦੇ ਬਾਵਜੂਦ ਵੀ ਇਹ ਜਿੰਨੀਆਂ ਕੁ ਮੈਂ ਦਿੱਤੀਆਂ ਨੇ ਇਹਨਾਂ ਨੂੰ 10 ਗੁਣਾ ਜ਼ਿਆਦਾ ਨੇ ਪਿਕਚਰਸ ਤਾਂ ਜਿਹੜੀਆਂ ਅਸੀਂ ਇਕੱਠੀਆਂ ਕਰੀਆਂ ਸੀ। ਠੀਕ ਹੈ। ਮਤਲਬ ਜਿਸ ਤਰ੍ਹਾਂ ਲੋਕ ਉਜੜੇ ਜਾ ਰਹੇ ਨੇ, ਜਿਸ ਤਰ੍ਹਾਂ ਲਾਸ਼ਾਂ ਪਈਆਂ ਰਹੀਆਂ ਨੇ ਜਾਂ ਕੁੱਤੇ ਖਾ ਰਹੇ ਨੇ, ਮਤਲਬ ਤੁਹਾਨੂੰ ਇਹ ਲੱਗਦਾ ਹੈ ਕਿਤੇ ਕਿਤੇ ਤੁਹਾਡੇ ਮਨ 'ਚ ਆਉਂਦਾ ਹੈ ਕਿ ਮੈਂ ਵੀ ਇਸ ਨਸਲ ਨਾਲ ਬਿਲੋਂਗ ਕਰਦਾ ਇਹਨੂੰ, ਜਾਂ ਮੇਰੀ ਨਸਲ ਦੇ ਹੀ ਲੋਕ ਨੇ ਜਿਨ੍ਹਾਂ ਨੇ ਕਰਿਆ। ਤੁਹਾਨੂੰ ਸ਼ਰਮ ਆਉਂਦੀ ਹੈ ਗੱਲ ਦੇ ਉੱਪਰ ਕਿ ਸਾਡੇ ਵਿੱਚ ਇੰਨੀ ਗਿਰਾਵਟ, ਇੰਨਾ ਪਸ਼ੂਪੁਣਾ, ਇੰਨੀ ਨਿਰਦੈਤਾ ਵੀ ਹੈ ਜਿਹੜੀ ਨੂੰ ਅਸੀਂ ਅਕਸਰ ਢੱਕ ਲੈਂਦੇ ਹਾਂ। ਉਹ 3 ਕੁ ਮਹੀਨੇ ਹੋਈ। ਬਿਲਕੁਲ। ਜੁਲਾਈ ਤੋਂ ਸਤੰਬਰ ਤੱਕ, ਬਾਅਦ 'ਚ ਅਸੀਂ ਉਹਨੂੰ ਢੱਕ ਲੈਂਦੇ ਹਾਂ, ਫਿਰ ਅਸੀਂ ਬਹੁਤ ਬੀਬੇ ਰਾਣੇ ਬਣ ਜਾਂਦੇ ਹਾਂ। ਮਤਲਬ ਮੇਰੇ ਮਨ 'ਚ ਵਾਰ-ਵਾਰ ਆਉਂਦਾ ਸੀ ਕਿ ਯਾਦ ਰੱਖਣਾ ਚਾਹੀਦਾ ਕਿ ਅਸੀਂ ਦੁਬਾਰਾ ਨਾ ਗਿਰੀਏ ਇਹਨੇ। ਬਿਲਕੁਲ। ਇੱਕ ਵਾਰ ਗਿਰ ਗਏ ਸੀ, ਕੋਈ ਗੱਲ ਨਹੀਂ, ਪਰ ਇਹ ਅਹਿਸਾਸ ਨਹੀਂ ਹੋਇਆ। ਇਹ ਸਾਡੀ ਲੀਡਰਸ਼ਿਪ 'ਚ ਵੀ ਅਜੇ ਨਹੀਂ ਹੈ। ਅਸੀਂ ਫਿਰ ਚੱਲ ਪੈਂਦੇ ਹਾਂ ਉਸੇ ਰਸਤੇ 'ਤੇ। ਬਿਲਕੁਲ। ਇਸੇ ਕਰਕੇ ਮੈਂ ਕਿਤਾਬ ਲਿਖੀ ਸੀ ਕਿ ਥੋੜ੍ਹਾ ਜਿਹਾ ਤਾਂ ਜਾਗੇ ਕੁਛ। ਬਿਲਕੁਲ। ਅਤੇ ਭੱਟੀ ਸਾਹਿਬ ਵੀ ਇਸ ਕਿਤਾਬ ਦੇ ਵਿੱਚ ਕਿਸ ਵਿਅਕਤੀ ਨੇ ਯੋਗਦਾਨ ਪਾਇਆ ਅਤੇ ਕਿਸ ਤਰੀਕੇ ਨਾਲ ਸਾਰਾ ਇਸ ਨੂੰ ਨੇਪਰੇ ਚਾੜ੍ਹਨ ਦਾ ਕੰਮ ਕੀਤਾ ਗਿਆ? ਉਸ ਤਰੀਕੇ ਨਾਲ ਤਾਂ ਬਹੁਤਾਂ ਦਾ ਯੋਗਦਾਨ ਹੈ। ਮੇਰੇ ਮਿਸਿਸ ਨੇ
ਉਹਨਾਂ ਨੇ ਬਿਲਕੁਲ ਦੇਖੋ ਉਹ ਵੀ ਨਾਮ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਜੇ ਪਰਿਵਾਰ ਜਾਂ ਪਤਨੀ ਔਰਤ ਜੇ ਉਹ ਸਾਥ ਨਾ ਦੇਵੇ ਤਾਂ ਸ਼ਾਇਦ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ, ਕਿਉਂਕਿ ਜੇ ਅਸੀਂ ਤੁਰਦੇ ਹਾਂ ਕਦੇ ਖੱਬਾ ਪੈਰ ਅੱਗੇ ਤੇ ਕਦੇ ਸੱਜਾ ਪੈਰ ਅੱਗੇ, ਸੋ ਤੁਰਨ ਦੇ ਵਿੱਚ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਪਤੀ ਪਤਨੀ ਦਾ ਜਿਹੜਾ ਰੋਲ ਹੈ ਬਹੁਤ ਵੱਡਾ ਅਦਾ ਹੁੰਦਾ ਹੈ। ਨਹੀਂ, ਉਹ ਤਾਂ ਉਹਨਾਂ ਦਾ ਰੋਲ ਤਾਂ ਹੈ ਹੀ, ਉਹ ਲਿਟਰੇਚਰ ਦੇ ਪ੍ਰੋਫੈਸਰ ਨੇ, ਆਪ ਅੰਗਰੇਜ਼ੀ ਦੇ ਹੈਡ ਡਿਪਾਰਟਮੈਂਟ ਦੇ ਰਹੇ ਨੇ। ਸੋ ਇੱਕੋ ਘਰ ਦੇ ਵਿੱਚ ਇੱਕ ਲਿਟਰੇਰੀ ਮਾਹੌਲ ਵੀ ਹੁੰਦਾ ਹੈ, ਸੈਂਸਿਟੀਵਿਟੀ ਹੁੰਦੀ ਹੈ, ਜਾਂ ਬੰਦਾ ਸਮਝਦਾ ਹੈ ਕਿ ਚਲੋ ਇਹ ਬੰਦਾ ਕੋਈ ਲਿਟਰੇਰੀ ਕੰਮ ਕਰ ਰਿਹਾ ਹੈ ਤਾਂ ਥੋੜ੍ਹਾ ਜਿਹਾ ਤੁਹਾਨੂੰ ਟਾਈਮ ਵੀ ਦਿੰਦੇ ਨੇ, ਤੇ ਨਹੀਂ ਤਾਂ ਅਗਲੇ ਨੂੰ ਲੱਗੇ ਵੀ ਐਵੇਂ ਕਾਗਜ਼ਾਂ ਨਾਲ ਮੱਥਾ ਮਾਰੀ ਜਾਂਦਾ, ਘਰ ਕਲੇਸ਼ ਸ਼ੁਰੂ ਹੋ ਜਾਂਦਾ। ਬਿਲਕੁਲ ਜੀ, ਸਹੀ ਗੱਲ ਹੈ, ਇਹ ਗੱਲ ਨਹੀਂ ਸੀ। ਸੋ ਹੋਰ ਬਹੁਤ ਸਾਰੇ ਮਿੱਤਰਾਂ ਨੇ ਸੁਜੈਸ਼ਨ ਵੀ ਦਿੱਤੇ, ਹੋਰ ਜਿੰਨੇ ਆ ਪਬਲਿਸ਼ ਕਰਨ ਵਾਲੇ ਬੰਦੇ ਵੀ ਨੇ, ਸਭੀ ਹੈ, ਈਵਨ ਆਪਣੇ ਇਹ ਹਰੀਸ਼ ਜੈਨ ਹੈ, ਮਤਲਬ ਕਾਗਜ਼ ਦੀ ਚੋਇਸ ਤੋਂ ਲੈ ਕੇ ਸਾਡੇ ਫਿਰ ਮਿੱਤਰ ਨੇ ਉਹ ਦਿੱਲੀ ਵਾਲੇ ਗੁਰਭੇਜ ਸਿੰਘ ਗੁਰਾਇਆ, ਉਹਨਾਂ ਨੇ ਮਤਲਬ ਡਾਕਟਰ ਭਗਵੰਤ ਸਿੰਘ ਪਹਿਲੇ ਦਿਨ ਤੋਂ ਨਾਲ ਜੁੜੇ ਹੋਏ ਸੀ। ਮਤਲਬ ਉਹਨਾਂ ਨੇ ਇਹਨੂੰ ਬਹੁਤ, ਮਤਲਬ ਮੈਂ ਘੋੜੀ ਜਿਹਾ ਬੰਦਾ, ਮੈਂ ਤਾਂ ਸ਼ਾਇਦ ਲਿਖ ਕੇ ਹੀ ਸਾਰ ਲੈਂਦਾ, ਛਪਣ 'ਚ ਅੱਗੇ ਵਾਰ-ਵਾਰ ਕਰਨ 'ਚ ਇਹਨਾਂ ਮਿੱਤਰਾਂ ਦਾ ਬੜਾ ਰੋਲ ਹੈ। ਅਤੇ ਚਲੋ ਅੱਜ ਜਦੋਂ ਕੇਂਦਰੀ ਸਿੰਘ ਸਭਾ ਦੇ ਵਿੱਚ ਇਹ ਸਾਰਾ ਮਾਹੌਲ ਵਧੀਆ ਸਮਾਗਮ ਹੋਇਆ ਅਤੇ ਉਸ ਟਾਈਮ ਇਸ ਕਿਤਾਬ ਦੀ ਘੁੰਡ ਚਕਾਈ ਹੋਈ ਅਤੇ ਅੱਜ ਲੋਕਾਂ ਦੇ ਕੋਲ ਕਿਤਾਬ ਪਹੁੰਚ ਚੁੱਕੀ ਹੈ, ਅਤੇ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਹੋ ਇਸ ਕਿਤਾਬ ਪ੍ਰਤੀ? ਇੱਕ ਤਾਂ ਮੈਂ ਕਿਤਾਬ ਦਾ, ਮੈਂ ਇਹ ਕੇਂਦਰੀ ਸਿੰਘ ਸਭਾ ਬਾਰੇ ਕੁਝ ਕਹਿਣਾ ਚਾਹੁੰਦਾ। ਮੈਨੂੰ ਇਹ ਅੰਦਾਜ਼ਾ ਨਹੀਂ ਸੀ, ਮੈਂ ਤਾਂ ਪਹਿਲੀ ਵਾਰੀ ਆਇਆ ਸੀ। ਅਸੀਂ ਸੋਚਦੇ ਸੀ ਵੀ ਕਿਤੇ ਖੜੇ ਹੋ ਕੇ ਕਿਸੇ ਪ੍ਰੈਸ ਕਲੱਬ ਦੇ ਵਿੱਚ ਜਾਂ ਹੋਰ ਜਿਵੇਂ ਫਾਰਮਲ ਥਾਵਾਂ ਹੁੰਦੀਆਂ ਨੇ ਉੱਥੇ ਕਰ ਲਾਂਗੇ। ਦੂਜਾ ਮੇਰੇ ਮਨ ਦੇ ਵਿੱਚ ਸਾਡੇ ਵਾਈਸ ਚਾਂਸਲਰ ਰਹੇ ਸੀ ਸਰਦਾਰ ਸਵਰਨ ਸਿੰਘ ਬੋਪਾ ਰਾਏ, ਉਹ ਬੜੀ ਵੱਡੀ ਸ਼ਖਸੀਅਤ ਨੇ। ਬਿਲਕੁਲ ਜੀ, ਅੱਜ ਪਹੁੰਚੇ ਹੋਏ ਸੀ। ਮੇਰੇ ਮਨ 'ਚ ਸੀ ਵੀ ਉਹ ਜਿਹੇ ਕਿਸੇ ਬੰਦੇ ਤੋਂ ਕਰਵਾਇਆ ਜਾਵੇ। ਸੋ ਇੱਥੇ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਬਹੁਤ ਸੋਹਣਾ, ਮਤਲਬ ਆਮ ਤੌਰ 'ਤੇ ਕੀ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਨਾਲ ਸਾਹਿਤ ਦਾ ਜਾਂ ਕਹਿ ਲਓ ਬੌਧਿਕ ਜਿਹੜੀ ਐਕਟੀਵਿਟੀ ਨੇ, ਬੁੱਧੀਜੀਵੀ ਦੀਆਂ ਐਕਟੀਵਿਟੀਜ਼ ਨੇ, ਉਹ ਘੱਟ ਹੁੰਦੀਆਂ ਨੇ। ਸਾਨੂੰ ਮਤਲਬ ਸਾਡਾ ਜਿਹੜਾ ਇੰਪਰੈਸ਼ਨ ਬਣਿਆ ਹੋਇਆ ਹੈ ਪੰਜਾਬੀਆਂ ਦਾ ਵੀ ਅਤੇ ਸਿੱਖਾਂ ਦਾ ਖਾਸ ਕਰਕੇ, ਕਿ ਇਹਨਾਂ ਦਾ ਪੜ੍ਹਨ ਲਿਖਣ ਨਾਲ ਜਾਂ ਅਕਲ ਨਾਲ ਬੜਾ ਸੰਬੰਧ ਨਹੀਂ ਹੈ। ਬਿਲਕੁਲ, ਇਹ ਪਤਾ ਨਹੀਂ ਕਿਵੇਂ ਬਣ ਗਿਆ, ਇਹ ਬਣਾਇਆ ਜਾਂਦਾ, ਕਹਿੰਦੇ ਵੀ ਜਿਵੇਂ ਸਰਕਾਰਾਂ ਜੋ ਚਾਹੁਣ ਉਹ ਕਰ ਲੈਂਦੀਆਂ ਨੇ, ਕਿਸੇ ਨਾ ਕੋਈ ਰਸਤਾ ਲੱਭਦੀਆਂ ਨੇ। ਮਤਲਬ ਮੈਨੂੰ ਪਤਾ ਹੈ ਕਿ ਸਾਡੇ ਜਿਹੜਾ ਬੌਧਿਕ ਵਿਕਾਸ ਹੈ, ਵਾਲੇ ਲੋਕਾਂ ਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਐਨਸਾਈਕਲੋਪੀਡੀਆ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ। ਬਿਲਕੁਲ ਜੀ, ਬਿਲਕੁਲ। ਸਾਡੀ ਇੱਕ ਪੂਰੀ ਪਰੰਪਰਾ ਹੈ ਮਤਲਬ ਬੌਧਿਕ ਵਿਕਾਸ ਦੀ, ਪਰ ਇਹਦੇ ਬਾਵਜੂਦ ਵੀ ਜਿਹੜਾ ਅੰਗਰੇਜ਼ੀ ਪੜ੍ਹਿਆ ਹੋਇਆਂ ਦਾ ਵਿਕਾਸ ਹੈ, ਜਾਂ ਕਹਿ ਲਓ ਮਿਡਲ ਕਲਾਸ ਟਾਈਪ ਜਿਹੜਾ ਇੰਟੈਲੈਕਚੁਅਲ ਵਾਲਾ ਹੈ, ਉਹਦੇ ਤੋਂ ਇਹ ਸਮਝਿਆ ਜਾਂਦਾ ਵੀ ਇੱਥੇ। ਪਰ ਮੈਨੂੰ ਇੱਥੇ ਬੜਾ ਅੱਛਾ ਲੱਗਿਆ ਕਿ ਜਿਹੜੇ ਤੁਸੀਂ ਦੇਖੋ, ਮੇਰਾ ਖਿਆਲ ਹੈ ਵੀ 2.5 ਘੰਟੇ 3 ਘੰਟੇ ਫੰਕਸ਼ਨ ਚੱਲਿਆ। ਬਿਲਕੁਲ, ਪਿਨ ਡ੍ਰੌਪ ਸਾਇਲੈਂਸ ਸੀ, ਸਾਰੇ ਬੱਚਿਆਂ ਤੋਂ ਲੈ ਕੇ ਵੱਡੇ ਜਿਹੜੇ ਸੁਣਨ ਵਾਲੇ ਸੀ, ਇੱਕ ਬੰਦਾ ਉੱਠ ਕੇ ਨਹੀਂ ਗਿਆ। ਮਤਲਬ ਬੜਾ ਸੀਰੀਅਸ ਮਾਹੌਲ ਮੈਨੂੰ ਇਹ ਲੱਗਿਆ। ਖੈਰ ਕੁਛ ਤਾਂ ਵਿਸ਼ਾ ਵੀ ਐਸਾ ਸੀ। ਬਿਲਕੁਲ ਜੀ, ਬਿਲਕੁਲ। ਤੇ ਸੋ ਬਾਕੀ ਇਹ ਹੈ ਕਿ ਚਲੋ ਮੈਂ ਤਾਂ ਇਹ ਸਮਝਦਾ ਹੁੰਦਾ ਵੀ ਇਹ ਮੇਰੇ ਤੋਂ ਇੰਡੀਪੈਂਡੈਂਟ ਚੀਜ਼ ਹੈ। ਕਿਤਾਬ ਮੇਰੇ ਰਾਹੀਂ ਰੱਬ ਨੇ ਲਿਖਵਾ ਦਿੱਤੀ ਹੈ। ਬਿਲਕੁਲ ਜੀ, ਇਹਦੀ ਆਪਣੀ ਬਾਇਓਗ੍ਰਾਫੀ, ਆਪਣੀ ਉਹ ਜੀਵਨੀ ਹੈ। ਇੱਕ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਂਦੀ ਹੈ ਕਿਤਾਬ, ਕਿਹਦੇ ਨਾਲ ਤੁਹਾਨੂੰ ਜੋੜ ਦਿੰਦੀ ਹੈ। ਮੈਨੂੰ ਵੀ ਅੱਜ ਸਵੇਰੇ ਵੀ ਫੋਨ ਗਿਆ ਵੀ ਅੱਜ ਕਿਤਾਬ ਰਿਲੀਜ਼ ਹੋਣੀ ਹੈ। ਕਿਤਾਬ ਅੱਜ ਅਸੀਂ ਜਿਹੜੀ ਆ ਕਿ ਘੁੰਡ ਚੁਕਾਈ ਕਰਨੀ ਹੈ ਵੀ ਵੰਡਨਾਮਾ ਦੀ, ਅਤੇ ਜ਼ਰੂਰ ਮੈਂ ਸਗੋਂ ਉਸ ਟਾਈਮ ਪਹੁੰਚਿਆ ਪਰ ਲੇਟ ਹੋਇਆ। ਮੈਂ ਉਹਦੇ ਲਈ ਤੁਹਾਡੇ ਤੋਂ ਵੀ ਮਾफ़ੀ ਚਾਹੁੰਦਾ ਕਿ ਮੈਂ ਥੋੜ੍ਹਾ ਲੇਟ ਪਹੁੰਚਿਆ ਸੀ, ਪਰ ਇਸ ਟਾਈਮ ਮੈਨੂੰ ਵੀ ਸਕੂਨ ਮਿਲ ਗਿਆ ਕਿ ਤੁਹਾਡੇ ਨਾਲ ਲੰਬੀ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਤੁਸੀਂ ਇਹ ਵੰਡਨਾਮਾ ਲਿਖਿਆ, ਕਿਸ ਤਰ੍ਹਾਂ ਸਾਰਾ ਤੁਸੀਂ ਕੀਤਾ ਹੈ। ਸੋ ਡਾਕਟਰ ਸਾਹਿਬ, ਆਪਣਾ ਪੱਟੀ ਸਾਹਿਬ ਵੀ ਹੁਣ ਜਿਹੜਾ ਕਿ ਆਪਣਾ ਸਮਾਂ ਹੋ ਗਿਆ, ਅਤੇ ਇਸ ਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਜ਼ਰੂਰ ਕਹਾਂਗਾ, ਬੇਨਤੀ ਕਰਾਂਗਾ ਕਿ ਦਰਸ਼ਕਾਂ ਨੂੰ ਆਪਣੀ ਜਿਹੜੀ ਕਿਤਾਬ ਤੁਸੀਂ ਵੰਡਨਾਮਾ ਲਿਖੀ ਹੈ ਇਹ ਜ਼ਰੂਰ ਦਿਖਾਓ, ਅਤੇ ਉਹਦੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਜ਼ਰੂਰ ਦਿਖਾਓ। ਠੀਕ ਹੈ ਜੀ, ਇਹ ਤਾਂ ਮਤਲਬ ਮੇਰੇ ਖਿਆਲ, ਹਾਂਜੀ ਸਰ, ਇਹ ਕਿਤਾਬ ਹੈ ਜੀ, ਇਹ ਟਾਈਟਲ ਹੈ ਇਹਦਾ। ਅਤੇ ਇਹ ਆਪਾਂ ਅੱਗੇ ਜਿਹੜਾ ਜਿੱਥੇ ਇਹਦਾ ਟਾਈਟਲ ਦੇ ਵਿੱਚ ਅੱਗੇ ਜਿਹੜਾ ਟਰਾਂਸਲੇਟਰਸ ਦਾ, ਬਿਲਕੁਲ, ਇਹ ਤਾਂ ਅੱਜ ਜਿਨ੍ਹਾਂ ਦੇ ਇਹ ਹੈ ਇਸ ਮੈਡਮ ਨੇ ਇਹ ਟਰਾਂਸਲੇਟ ਕੀਤੀ ਹੈ। ਅਤੇ ਪਿਕਚਰਸ ਵੀ ਵਿੱਚੋਂ ਰੈਂਡਮਲੀ ਆਪਾਂ ਦੇਖ ਲੈਂਦੇ ਹਾਂ ਜਿਸ ਤਰੀਕੇ ਦੇ ਨਾਲ ਇਹ ਜਦੋਂ ਉਹਨਾਂ ਨੇ ਵੰਡੀਆਂ ਪਾਉਣੀਆਂ ਸ਼ੁਰੂ ਕਰੀਆਂ। ਬਿਲਕੁਲ ਜੀ, ਇਹ ਪਹਿਲੀ ਮਤਲਬ ਇਹ ਅੰਗਰੇਜ਼ੀ ਪੜ੍ਹਾਈ ਜਦੋਂ ਸ਼ੁਰੂ ਹੁੰਦੀ ਹੈ ਨਾ, ਉਹਨੇ ਵੰਡਤਾ ਹਿੱਸਿਆਂ ਦੇ ਵਿੱਚ ਲੋਕਾਂ ਨੂੰ। ਇਹ ਜਾਣੀ ਕਿ ਤੁਸੀਂ ਇਸ ਕਿਤਾਬ 'ਚ ਦੱਸਿਆ ਹੈ ਕਿ ਅੰਗਰੇਜ਼ੀ ਨੇ ਇੱਕ ਧਿਰ ਨੂੰ, ਜਾਣੀ ਇੱਕ ਭਾਈਚਾਰਕ ਨੂੰ ਜਿਹੜਾ ਕਿ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਨੂੰ ਨਹੀਂ, ਉਹਨਾਂ ਨੇ ਅਸਲ 'ਚ ਅਸੀਂ ਪੰਜਾਬੀ ਸੀਗੇ। ਬਿਲਕੁਲ, ਜਾਣੀ ਹਿੰਦੂ, ਸਿੱਖ, ਮੁਸਲਮਾਨ, ਜਾਣੀ ਕਹਿਣ ਦਾ ਮਤਲਬ ਇਹ ਕੰਡਿਆਲੀ ਤਾਰ ਹੈ ਜਿਹੜੀ ਕਿ ਉਹਨਾਂ ਨੇ ਐਸੀ ਬੀਜਤੀ ਕਿ ਦਿਨੋਂ ਦਿਨ ਜਿਹੜੀ ਕਿ ਅੱਗੇ ਫੈਲਦੀ ਗਈ। ਬਿਲਕੁਲ ਜੀ। ਸੋ ਇਹ ਕਿਤਾਬ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਸਾਨੂੰ ਦੱਸ ਰਹੀਆਂ ਨੇ ਵੀ ਕਿਸ ਤਰ੍ਹਾਂ ਨੇ, ਔਰ ਸਭ ਤੋਂ ਵੱਡੀ ਗੱਲ ਹੈ ਕਿ
ਭੱਟੀ ਸਾਹਿਬ ਨੇ ਇਹ ਕਿਤਾਬ ਜਿਹੜੀ ਲਿਖੀ ਹੈ ਬੈਂਤਾਂ ਦੇ ਵਿੱਚ ਲਿਖੀ ਹੈ। ਬੈਂਤ ਜਿਸ ਨੂੰ ਪੜ੍ਹਨ ਵਾਲਾ ਵੀ ਕੋਈ ਖਾਸ ਹੀ ਵਿਅਕਤੀ ਹੁੰਦਾ, ਹਰ ਵਿਅਕਤੀ ਨਹੀਂ ਪੜ੍ਹ ਸਕਦਾ, ਪਰ ਬੈਂਤ ਦੇ ਵਿੱਚ ਦੱਸੀ ਗਈ ਸਾਰੀ ਗੱਲ ਬੜੇ ਹੀ ਵਧੀਆ ਤਰੀਕੇ ਨਾਲ, ਇੱਕ ਉਹ ਜਿਹੜੀ ਹੈ ਕਿ ਇੱਕ ਮਨੋਰੰਜਨ ਵੀ ਅਸੀਂ ਉਹਨੂੰ ਕਹਿ ਸਕਦੇ ਹਾਂ, ਇੱਕ ਉਹਨੂੰ ਬੈਠ ਕੇ ਸੁਣ ਕੇ ਇੱਕ ਜਿਹੜਾ ਕਿ ਇਕਾਗਰਤਾ ਵਾਲਾ ਵੀ ਗੱਲ ਹੁੰਦੀ ਹੈ, ਕਿਉਂਕਿ ਬੈਂਤ ਦੇ ਵਿੱਚ ਗਵਈਏ ਨੇ ਆਪਣੇ ਤਰੀਕੇ ਨਾਲ ਆਪਣੇ ਸਾਜ਼ਾਂ ਦੇ ਨਾਲ ਜਿਹੜਾ ਕਿ ਉਸ ਨੂੰ ਸਾਰਾ ਪੇਸ਼ ਕਰਨਾ ਹੁੰਦਾ ਹੈ, ਜੋ ਭੱਟੀ ਸਾਹਿਬ ਨੇ ਸਾਰੇ ਗੱਲ ਦੱਸੀ ਹੈ। ਸੋ ਇਹ 1857 ਦਾ ਗਦਰ ਤੁਸੀਂ ਲਿਖੀ ਹੈ। ਬਿਲਕੁਲ ਜੀ, ਨਾਲ ਜਿਹੜੀ ਵੀ ਉਹ ਹੈ ਨਾ ਜੀ ਸੀਨ ਕੋਈ, ਬਿਲਕੁਲ ਜੀ, ਉਹਦੇ ਬਿਲਕੁਲ ਨਾਲ ਦੀਆਂ ਪਿਕਚਰਸ ਆ ਜਾਂਦੀਆਂ ਨੇ, ਇਹ ਜਿਵੇਂ ਨਾਮਧਾਰੀਆਂ ਦੀ ਲਹਿਰ ਜਦੋਂ ਠੀਕ ਹੈ ਜੀ। ਤੇ ਇਸ ਤਰ੍ਹਾਂ ਅਸੀਂ ਵਿੱਚੋਂ ਕੁਝ ਤਸਵੀਰਾਂ ਦਿਖਾ ਰਹੇ ਨੇ, ਜੋ ਇਹ ਤਸਵੀਰ ਕੀ ਦਰਸਾਉਂਦੀ ਹੈ? ਇਹ ਜਦੋਂ ਉਹ ਇਹ ਕੋਹਿਨੂਰ ਹੀਰੇ ਜਦੋਂ ਲੁੱਟ ਕੇ ਲਗਾਏ ਸਾਰਾ ਕੁਝ, ਜਿਹੜਾ ਉਹ ਮਤਲਬ ਛੱਡ ਕੇ ਜਾਣ ਲੱਗੇ ਨਾ, ਸਾਰਾ ਕੁਝ ਲੱਦ ਕੇ ਲੈ ਗਏ ਸੀ, ਫਿਰ ਇਹ ਉਹਦੇ ਬਾਰੇ ਛੰਦ ਨੇ ਤੇ ਉਹਦੀਆਂ ਹੀ ਉਹ ਨੇ ਪਿਕਚਰਾਂ। ਸੋ ਇਹ ਤਸਵੀਰ ਕੀ ਦਰਸਾਉਂਦੀ ਹੈ? ਇਹ ਜਦੋਂ ਔਰਤਾਂ ਦੇ ਉੱਪਰ ਜ਼ੁਲਮ ਹੋਏ, ਉਹ ਮਿਲ ਰਹੀਆਂ ਨੇ ਵਿਚਾਰੀਆਂ ਇੱਕ ਦੂਜੀ ਦੇ ਨਾਲ, ਮਤਲਬ ਤੇ ਔਰਤਾਂ ਦੇ ਵਿੱਚ ਤੇ ਤੁਸੀਂ ਕੋਈ ਲਿਖਿਆ ਵੀ ਹੋਇਆ? ਹਾਂ, ਉਹ ਜ਼ਰੂਰ ਦੱਸੋ। ਇਹ ਪੜ੍ਹ ਕੇ ਇੱਕ ਸੁਣਾਓ, ਤੇ ਉਸ ਤੋਂ ਬਾਅਦ ਜਿਹੜੀ ਆ ਕਿ ਅਸੀਂ ਪੰਥਕ ਨਜ਼ਰ ਪ੍ਰੋਗਰਾਮ 'ਚੋਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਤੇ ਇਹ ਆਪਾਂ ਸੁਣਦੇ ਹਾਂ ਕਿ ਔਰਤਾਂ ਦੇ ਬਾਰੇ ਭੱਟੀ ਸਾਹਿਬ ਨੇ ਕਿਸ ਤਰੀਕੇ ਨਾਲ ਉਹਨੂੰ ਪੇਸ਼ ਕੀਤਾ। ਇਹ ਦੇਖੋ ਨਾ, ਇੱਕ ਤਾਂ ਇਹ ਸੀਗਾ, ਇਹ ਸਾਰਾ ਜਿਹੜਾ ਚੱਲ ਰਿਹਾ ਨਾ ਜੀ ਔਰਤਾਂ ਦਾ, ਇਹ ਵੀ ਇਹਦੇ ਉੱਪਰ ਹੀ ਹੈ, ਇਹ ਵੀ ਇਹਦੇ ਉੱਪਰ ਹੀ ਹੈ। ਇਹ ਜੇ ਤੁਸੀਂ ਕਹੋ ਇੱਥੋਂ ਪੜ੍ਹਦੇ ਹੋ, ਬਿਲਕੁਲ ਇੱਕ ਤੁਸੀਂ ਸਾਨੂੰ ਜਿਹੜਾ ਤੁਹਾਡੇ ਮਨ ਨੂੰ ਲੱਗਦਾ ਵੀ ਇਹ ਤੋਂ ਮੈਂ ਪੜ੍ਹ ਕੇ ਚਾਹੁੰਦਾ। ਪਹਿਲਾਂ ਪੜ੍ਹ ਦਿੰਦਾ। ਇਹ ਜ਼ੁਲਮ ਵੀ ਸੀਗਾ। ਬਿਲਕੁਲ ਇਹ ਸੀ ਜੀ ਕਿ ਢੇਰ ਲਾਸ਼ਾਂ ਦੇ ਖੂਨੋਂ ਖੂਨ ਧਰਤੀ, ਜਿੱਥੇ 5 ਦਰਿਆ ਸੀ ਵਗਦੇ ਜੀ। ਢੇਰ ਲਾਸ਼ਾਂ ਦੇ ਖੂਨੋਂ ਖੂਨ ਧਰਤੀ, ਜਿੱਥੇ 5 ਦਰਿਆ ਸੀ ਵਗਦੇ ਜੀ। ਕੁੜੀਆਂ ਕੰਜਕਾਂ ਜਿੰਦਾਂ ਮਲੂਕ ਜਈਆਂ, ਕਰੀਆਂ ਨੰਗੀਆਂ ਅੱਗੇ ਜਗਦੇ ਜੀ। ਕੱਚੀਆਂ ਕਲੀਆਂ ਦੇ ਤੁਲ ਮਾਸੂਮ ਬੱਚੇ, ਵਿੱਚ ਸਾੜ ਤੇ ਦਹਿਕਦੀ ਅੱਗ ਦੇ ਜੀ। ਬਿੰਦਰ ਸਿਆਂ ਜਹਾਲਤ ਪੰਜਾਬੀਆਂ ਦੀ, ਨੰਗੀ ਹੋਈ ਅੱਗੇ ਰੱਬ ਤੇ ਜਗਦੇ ਜੀ। ਇਹਦੇ ਨਾਲ ਹੀ ਬਿਲਕੁਲ ਜੀ। ਸੋ ਭੱਟੀ ਸਾਹਿਬ ਵੀ ਇਸ ਜਿਹੜੀ ਕਿਤਾਬ ਹੈ ਇਹਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਬਿੰਦਰ ਸਿਆਂ ਜੀ, ਤੁਹਾਡਾ ਨਾਮ ਆ ਹਰਵਿੰਦਰ ਸਿੰਘ ਭੱਟੀ, ਤੇ ਬਿੰਦਰ ਸਿਆਂ ਨੂੰ ਤੁਸੀਂ ਕਿਸ ਤਰ੍ਹਾਂ ਜਾਣੀ ਕਿ ਇਹਦੇ ਵਿੱਚ ਪੇਸ਼ ਕੀਤਾ ਹੈ, ਕਿਸ ਤਰ੍ਹਾਂ ਪਰੋਇਆ? ਇਹ ਦਰਅਸਲ ਜੀ ਇਹ ਕਿ ਮੈਂ ਪਿੰਡ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਜਿਵੇਂ ਨਾਂ ਹੁੰਦਾ, ਨਾਂ ਤਾਂ ਹਰਵਿੰਦਰ ਘਰਦਿਆਂ ਨੇ ਰੱਖਿਆ ਸੀ, ਬਿੰਦਰ ਕਰਕੇ ਹੀ ਮੈਨੂੰ ਜਾਣਦੇ ਸੀ। ਠੀਕ ਹੈ। ਲੋਕਲ ਕਾਲਜ ਦੇ ਵਿੱਚ ਵੀ BA ਤੱਕ, ਫਿਰ ਮੈਂ ਲੁਧਿਆਣੇ ਪੜ੍ਹਿਆ, ਲੁਧਿਆਣੇ ਵਾਲੇ ਵੀ ਸਾਰੇ ਮੈਨੂੰ ਬਿੰਦਰ ਕਹਿੰਦੇ ਨੇ, ਅੱਜ ਤੱਕ ਵੀ ਉਹੀ ਕਹਿੰਦੇ ਨੇ, ਪੁਰਾਣੇ ਬੰਦੇ। ਠੀਕ ਹੈ। ਜਦੋਂ ਮੈਂ ਪਟਿਆਲੇ ਯੂਨੀਵਰਸਿਟੀ 'ਚ ਆਇਆ ਤਾਂ ਉੱਥੇ ਪ੍ਰੋਫੈਸਰ ਬਣ ਗਿਆ, ਥੋੜ੍ਹਾ ਜਿਹਾ ਲੀਡਰ ਸੀ, ਉਹ ਹਰਵਿੰਦਰ ਭੱਟੀ ਬਣ ਗਿਆ। ਠੀਕ ਹੈ। ਫਿਰ ਡਾਕਟਰ ਹਰਵਿੰਦਰ ਸਿੰਘ ਭੱਟੀ ਬਣ ਗਿਆ। ਠੀਕ ਹੈ। ਹੁਣ ਡਾਕਟਰ ਹਰਵਿੰਦਰ ਸਿੰਘ ਭੱਟੀ ਹੈ ਜਿਹੜਾ, ਉਹ ਬੇਸਿਕਲੀ ਇੰਟੈਲੈਕਚੁਅਲ ਪੜ੍ਹਿਆ ਲਿਖਿਆ ਪ੍ਰੋਫੈਸਰ ਲੱਗਦਾ ਹੈ। ਠੀਕ ਹੈ। ਇਹ ਕਿਤਾਬ ਉਹਦੀ ਨਹੀਂ ਹੈ। ਇਹ ਵਿਚੋਲਾ ਲਾਹ ਕੇ ਪਾਸੇ ਰੱਖ ਕੇ ਜਿਹੜਾ ਵਿਦਵਤਾ ਦਾ ਪਾਇਆ ਹੁੰਦਾ ਨਾ, ਉਹ ਤੁਹਾਨੂੰ ਲਿਖਣ ਨਹੀਂ ਦਿੰਦਾ। ਬਿਲਕੁਲ। ਇਹ ਬਿੰਦਰ ਸਿੰਘ ਦੀ ਲਿਖੀ ਹੋਈ ਹੈ, ਜਿਹੜਾ ਛੋਟੇ ਜਿਹੇ ਪਿੰਡ ਦਾ ਵਾਸੀ ਹੈ ਤੇ ਪਿੰਡ ਦੇ ਦਰਦ ਨੂੰ ਸਮਝ ਰਿਹਾ। ਤੇ ਜਿਸ ਦੀ ਬਿੰਦਰ ਸਿੰਘ ਦੀ ਮਾਂ ਨੇ ਉਹਨੂੰ ਰਸਤਾ ਦੱਸਿਆ ਤੇ ਉਸ ਰਸਤੇ 'ਤੇ ਚੱਲਦਿਆਂ ਹਰਵਿੰਦਰ ਸਿੰਘ ਭੱਟੀ ਨੇ ਇੱਕ ਬਿੰਦਰ ਸਿੰਘ ਨੂੰ ਯਾਦ ਕਰਦਿਆਂ ਸਾਰਾ ਦਰਦ ਜਿਹੜੀ 1947 ਦੀ ਦਾਸਤਾਨ ਆ, ਉਹ ਸਾਰੀ ਇਸ ਵੰਡਨਾਮਾ ਕਿਤਾਬ ਦੇ ਵਿੱਚ ਪੇਸ਼ ਕੀਤੀ ਹੈ। ਸੋ ਦਿਓ ਇਜਾਜ਼ਤ, ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਤੇ ਅੱਜ ਦੇ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਵਿੰਦਰ ਸਿੰਘ ਭੱਟੀ। ਹੁਣ ਮੈਂ ਜ਼ਰੂਰ ਕਹਾਂਗਾ, ਕਿਉਂਕਿ ਇੱਕ ਪੜ੍ਹੇ ਲਿਖੇ ਵਿਅਕਤੀ ਹੋਣ ਦੇ ਬਾਵਜੂਦ ਉਹਨਾਂ ਨੇ ਬੇਸ਼ੱਕ ਅਨਪੜ੍ਹ ਲੋਕਾਂ ਦੇ ਦਰਦ ਨੂੰ ਸਮਝਦਿਆਂ ਸਾਰਾ ਕੁਝ ਉਸ ਤਰੀਕੇ ਨਾਲ ਪੇਸ਼ ਕੀਤਾ, ਪਰ ਜੋ ਉਹਨਾਂ ਦੀ ਡਿਗਰੀ ਹੈ, ਜੋ ਉਹਨਾਂ ਦਾ ਰੁਤਬਾ ਹੈ, ਉਹ ਵੀ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਡਾਕਟਰ ਹਰਵਿੰਦਰ ਸਿੰਘ ਭੱਟੀ ਉਰਫ ਬਿੰਦਰ ਸਿਆਂ ਵੰਡਨਾਮਾ ਕਿਤਾਬ ਲਿਖਣ ਵਾਲੇ ਸਾਡੇ ਨਾਲ ਮੌਜੂਦ ਨੇ, ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਆਪਣਾ ਕੀਮਤੀ ਸਮਾਂ ਦੇ ਕੇ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਆ ਕੇ ਬਹੁਤ ਖੂਬਸੂਰਤ ਲਫ਼ਜ਼ਾਂ ਨਾਲ 1947 ਦਾ ਜਿਹੜਾ ਦਰਦ ਸੀਗਾ ਇੱਕ ਕਿਤਾਬ ਦੇ ਰਾਹੀਂ ਸਭ ਦੇ ਰੂਬਰੂ ਕੀਤਾ ਹੈ ਤੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈ। ਦਿਓ ਇਜਾਜ਼ਤ, ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ। ਸਤਿ ਸ਼੍ਰੀ ਅਕਾਲ।